ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਣੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਆਪਣੀ ਪਵਿੱਤਰ ਨਿਰਮਲ ਸਾਖੀ ਜੋ ਸਿੱਖਿਆ ਨਾਲ ਭਰਪੂਰ ਹੈ, ਪੜ੍ਹਨ ਸੁਣਨ ਤੇ ਵਿਚਾਰਨ ਦਾ ਬਲ ਬਖਸ਼ਣ, ਵਿਚਾਰ ਦਾ ਪ੍ਰਵਾਹ ਤੇ ਬੋਲਣ ਦਾ ਤਾਣ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਦਿਵਸ ਆਪਣੇ ਪਿਆਰ ਤੇ ਭਾਣੇ 'ਚ ਬਤੀਤ ਕਰਾਏ। ਸੰਧਿਆ ਕੇ ਸਮੇਂ ਆਪਣੇ ਹੀ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਹਰ ਰੋਜ਼ ਦੀ ਤਰ੍ਹਾਂ ਹੌਲੀ ਹੌਲੀ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੀਆਂ ਗਾਥਾਵਾਂ ਨੂੰ ਸਾਖੀ ਦੇ ਰੂਪ 'ਚ ਪੜ੍ਹਦੇ ਆ, ਸੁਣਦੇ ਆ, ਵਾਚਦੇ ਆ। ਪਿਛਲੇ ਲਗਭਗ ਇੱਕ ਮਹੀਨਾ ਅਸੀਂ ਦਸ਼ਮੇਸ਼ ਪਾਤਸ਼ਾਹ ਸਾਹਿਬ ਜੀ ਦੀਆਂ ਕੁਝ ਸਾਖੀਆਂ ਗਾਥਾਵਾਂ ਵਾਚ ਰਹੇ ਸਾਂ। ਪਰਿਵਾਰ ਵਿਛੋੜੇ ਤੋਂ ਲੈ ਕੇ ਮੁਕਤਸਰ ਸਾਹਿਬ ਦੇ ਥੋੜ੍ਹੇ ਥੋੜ੍ਹੇ ਅੰਸ਼ਾਤਮਕ ਦਰਸ਼ਨ ਕਰਨ ਦਾ ਯਤਨ ਕੀਤਾ। ਗੁਰਦੇਵ ਕਿਰਪਾ ਕਰਨ, ਸਾਨੂੰ ਆਪਣੀ ਬਖਸ਼ਿਸ਼ ਤੇ ਨਾਲ ਨਿਵਾਜਣ, ਤਾਂ ਕਿ ਅਸੀਂ ਜੋ ਸਾਖੀ ਪੜ੍ਹਦੇ ਹਾਂ, ਸੁਣਦੇ ਹਾਂ, ਇਹਦੇ ਵਿੱਚ ਜੋ ਸਿੱਖਿਆ ਹੈ ਉਸ ਨੂੰ ਸਵੀਕਾਰ ਕਰ ਸਕੀਏ, ਸਾਡੇ ਹਿਰਦੇ 'ਚ ਆਤਮਸਾਤ ਹੋ ਸਕੇ। ਮੁੜ ਅੱਜ ਤੋਂ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੀ ਸਾਖੀ ਆਰੰਭ ਕਰਦੇ ਹਾਂ। ਧਿਆਨ ਦੇ ਸੰਬੰਧਾਂ ਨੂੰ ਜੁੜਨ ਵਾਸਤੇ ਬੇਨਤੀ ਕਰਦੇ ਹਾਂ। ਉਦੋਂ ਆਪਾਂ ਠਹਿਰੇ ਸਾਂ ਗੁਰੂ ਨਾਨਕ ਸਾਹਿਬ ਜੀ ਭਾਈ ਲਾਲੋ ਜੀ ਦੇ ਕੋਲ ਐਮਨਾਬਾਦ ਵਿਖੇ ਰੁਕੇ ਨੇ। 2-4 ਦਿਨ ਰਹਿਣ ਤੋਂ ਬਾਅਦ ਗੁਰੂ ਨਾਨਕ ਜੀ ਨੇ ਕਿਹਾ, ਲਾਲੋ ਅਸੀਂ ਹੁਣ ਵਿਦਾ ਹੁੰਦੇ, ਚੱਲਦੇ ਹਾਂ ਭਾਈ। ਲਾਲੋ ਨੇ ਪ੍ਰੇਮ ਵੈਰਾਗ ਵਿੱਚ ਕਿਹਾ ਸੀ, ਮਹਾਰਾਜ ਇਹ ਤੇ ਜਨਮਾਂ ਦੇ ਦਰਸ਼ਨਾਂ ਦੀ ਪਿਆਸ ਸੀ, ਏਡੀ ਛੇਤੀ ਥੋੜ੍ਹਾ ਬੁਝਦੀ ਹੈ। ਇਹ ਠੀਕ ਹੈ ਕਿ ਦੁਨਿਆਵੀ ਤੌਰ 'ਤੇ ਪਹਿਲੀ ਵਾਰ ਮਿਲੇ, ਪਰ ਮੈਂ ਤੇ ਤੁਹਾਥੋਂ ਬੜੇ ਚਿਰਾਂ ਦਾ ਵਿਛੜਿਆ ਸਾਂ। ਚਿਰ ਪਿਆ ਦਰਸ਼ਨ ਦੇ ਕੇ, ਐਡੀ ਛੇਤੀ ਛੱਡ ਜਾਓਗੇ? ਕੁਛ ਦਿਨ ਹੋਰ। ਮੈਂ ਵਗਦੇ ਦਰਿਆ ਨੂੰ ਰੋਕ ਤੇ ਨਹੀਂ ਸਕਦਾ, ਪਰ ਬੇਨਤੀ ਤੇ ਕਰ ਸਕਦਾ ਹਾਂ, ਕੁਝ ਦਿਨ ਹੋਰ। ਤੇ ਅਸੀਂ ਸਾਰੇ ਜਾਣਦੇ ਹਾਂ ਇਹ ਜਿਹੜਾ ਪਾਣੀਆਂ ਦਾ ਵਹਿਣ ਹੁੰਦਾ ਹੈ ਨਾ, ਜਿੱਥੇ ਨਿਵਾਣ ਮਿਲ ਜੇ ਉੱਥੇ ਕੁਝ ਪਲ ਠਹਿਰ ਬਣਾ ਹੀ ਲੈਂਦਾ ਆਪਣੇ। ਇਸੇ ਤਰ੍ਹਾਂ ਗੁਰੂ ਕਰਤੀ ਦੀ ਰਹਿਮਤਾਂ ਵਰਸਾਉਂਦੇ ਗੁਰੂ ਨਾਨਕ ਆਪ ਸਰੂਪ ਨੇ, ਜਿੱਥੇ ਨਿਵਾਣ ਮਿਲਦਾ ਹੋ ਜੇ ਪਿਆਰਿਆਂ ਦਾ ਹਿਰਦਾ ਡੂੰਘਾ ਗਹਿਰਾ ਹੁੰਦਾ ਹੈ, ਉੱਥੇ ਕੁਝ ਸਮਾਂ ਗੁਰੂ ਨਾਨਕ ਜੀ ਬਹੁਤਾ ਬਖਸ਼ਿਸ਼ ਕਰ ਦਿੰਦੇ ਨੇ। ਮਰਦਾਨਾ ਜੀ ਨੂੰ ਕਹਿਣ ਲੱਗੇ, ਮਰਦਾਨਿਆਂ ਲਾਲੋ ਦਾ ਪਿਆਰ ਬੜਾ ਹੈ, ਰੋਕ ਨਹੀਂ ਸਕਦੇ, ਤੋੜ ਨਹੀਂ ਸਕਦੇ। ਚੱਲ ਇੰਝ ਕਰਦੇ ਹਾਂ, 1 ਮਹੀਨਾ ਆਪਾਂ ਠਹਿਰ ਜਾਂਦੇ ਹਾਂ। ਤੇਰਾ ਚਿੱਤ ਕਰਦਾ ਹੈ ਪਿੰਡ ਜਾਣ ਦਾ, ਜਦ ਤੂੰ ਪਿੰਡ ਹੋਇਆ ਅਸੀਂ ਇੱਥੇ ਠਹਿਰੇ ਹਾਂ, ਲਾਲੋ ਦੇ ਕੋਲ ਵਿਸ਼ਰਾਮ ਦੇ ਵਿੱਚ ਆ, ਵਾਹਵਾ ਆਨੰਦ ਬਣਿਆ ਹੈ। ਤਿੰਝ ਕਰ ਤੂੰ ਪਿੰਡ ਹੋਇਆ ਤੇ ਅਸੀਂ ਇੱਥੇ ਠਹਿਰਦੇ ਹਾਂ। ਫਿਰ ਅਗਾਂਹ ਜਿਵੇਂ ਗੁਰੂ ਕਰਤਾਰ ਕਰਨਗੇ, ਜਿਨ੍ਹਾਂ ਰਾਹਾਂ 'ਤੇ ਕਰਤਾ ਲੈ ਜਾਏਗਾ, ਆਪਾਂ ਤੁਰਾਂਗੇ। ਇੰਜ ਬਚਨ ਵਿਲਾਸ ਕਰਕੇ ਮਰਦਾਨਾ ਜੀ ਤੇ ਨਗਰ ਨੂੰ ਤੁਰ ਪਏ ਨੇ।
ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਉੱਥੇ ਠਹਿਰੇ ਨੇ। ਉੱਥੋਂ ਦੀਆਂ ਗਾਥਾਵਾਂ ਹੌਲੀ ਹੌਲੀ ਆਪਾਂ ਹੁਣ ਦਰਸ਼ਨ ਕਰਦੇ ਹਾਂ। ਐਮਨਾਬਾਦ ਨਗਰ ਹੈ, ਇੰਜ ਹੌਲੀ ਹੌਲੀ ਸੁੱਖ ਦੇ ਨਾਲ 15 ਕੁ ਦਿਨ ਹੋਰ ਬਤੀਤ ਹੋ ਗਏ। ਤੇ 15 ਕੁ ਦਿਨ ਬਤੀਤ ਹੋਏ ਤੇ ਉਹਨਾਂ ਤੋਂ ਬਾਅਦ ਵਿੱਚ ਅੱਜ ਉੱਥੋਂ ਆਰੰਭ ਕਰਦੇ ਆ। 15 ਬਾਸੁਰ ਜਬੇ ਬਤੀਤੇ, ਇੰਜ ਸੇਵਾ ਭਾਵ ਕਰਦੇ ਆ। ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਸਾਰਾ ਦਿਨ ਨਗਰ ਤੋਂ ਬਾਹਰ ਇੱਕ ਬਚਨ ਹੈ ਭਾਈ ਸਾਹਿਬ ਗੁਰਦਾਸ ਸਾਹਿਬ ਜੀ ਨੇ ਕੀਤਾ, ਜਿਸ ਨੂੰ ਆਮ ਅਸੀਂ ਸਾਖੀਕਾਰ ਕਥਾਕਾਰ ਚੱਕਣ ਕਹਿ ਨਹੀਂ ਪਾਉਂਦੇ। ਜਾਂ ਤਾਂ ਸਾਡੀ ਹਿੰਮਤ ਨਹੀਂ ਇਤਨੀ ਵੱਡੀ, ਅਤੇ ਜਾਂ ਸਾਡੀ ਸਮਝ ਇਤਨੀ ਛੋਟੀ ਹੈ ਕਿ ਅਸੀਂ ਉਸ ਗੱਲ ਨੂੰ ਪਕੜ ਹੀ ਨਹੀਂ ਪਾ ਰਹੇ। ਉਹਨਾਂ ਕਿਹਾ, ਰੇਤ ਅੱਕ ਆਹਾਰ ਕਰ ਰੂੜਾਂ ਕੀ ਗੁਰ ਕਰੀ ਵਿਛਾਈ। ਸਾਡੇ ਕੋਲ ਪ੍ਰਮਾਣ ਬਹੁਤ ਵੱਡਾ ਹੈਗਾ ਭਾਈ ਗੁਰਦਾਸ ਸਾਹਿਬ ਜੀ ਦਾ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓ ਬਣਾਈ। ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਇਹੀ ਸਮਾਂ ਸੀ ਜਿਨ੍ਹਾਂ ਨੂੰ ਕਿਤੇ ਪੁਰਾਣੇ ਬਜ਼ੁਰਗਾਂ ਨੂੰ ਇਸ ਪਾਸੇ ਵਿਚਰਨ ਦਾ ਜਾਣ ਦਾ ਸਮਾਂ ਸਬੱਬ ਬਣਿਆ ਹੋਵੇ, ਉਹਨੂੰ ਪਤਾ ਹੋਵੇਗਾ। ਉੱਥੇ ਰੋੜੀ ਸਾਹਿਬ ਗੁਰਦੁਆਰਾ ਹੈ, ਜਿੱਥੇ ਭਾਈ ਲਾਲੋ ਜੀ ਦੇ ਘਰ ਤੋਂ ਬਾਹਰ ਇਮਨਾਬਾਦ ਨਗਰ ਤੋਂ ਬਾਹਰ ਮਹਾਰਾਜ ਜੀ ਨੇ ਇਹ ਕੌਤਕ ਰਚਿਆ ਹੋਇਆ ਸੀ। ਤਪੱਸਿਆ ਕਰਨ ਦਾ ਤੁਹਾਨੂੰ ਇਹ ਨਹੀਂ ਸੀ ਭਾਵ ਕਿ ਮਹਾਰਾਜ ਸਾਨੂੰ ਘਰ ਬਾਹਰ ਛੱਡ ਕੇ ਲੰਗੋਟੀ ਬੰਨ੍ਹ ਕੇ ਤਪੱਸਿਆ ਕਰਵਾ ਰਹੇ ਨੇ। ਰੇਤ ਅੱਕ ਆਹਾਰ ਕਰਨ ਦਾ ਮਤਲਬ ਹੈ ਕਿ ਬਹੁਤ ਘੱਟ ਖਾਣਾ। ਅੱਕ ਉੱਥੇ ਮਿਲਦਾ ਜਿੱਥੇ ਕੁਛ ਵੀ ਨਾ ਮਿਲਦਾ ਹੋਵੇ, ਅੱਕ ਦਾ ਬੂਟਾ ਉੱਥੇ ਵੀ ਮਿਲ ਜਾਂਦਾ ਹੈ। ਪਰ ਸਾਰਾ ਦਿਨ ਗੁਰੂ ਨਾਨਕ ਪਾਤਸ਼ਾਹ ਕੁਦਰਤ ਦੇ ਨਾਲ ਜੁੜੇ ਰਹਿੰਦੇ ਨੇ। ਉੱਥੇ ਹੀ ਸਿਆਣੇ ਕਹਿੰਦੇ ਨੇ, ਜਿਨ੍ਹਾਂ ਜਗ੍ਹਾ ਪੁਰਾਣੇ ਬਟਵਾਰੇ ਤੋਂ ਪਹਿਲਾਂ ਜਿਨ੍ਹਾਂ ਵੇਖੀਆਂ ਸਨ, ਬਜ਼ੁਰਗਾਂ ਨੂੰ ਦੱਸਦੇ ਸਨ ਕਿ ਮਹਾਰਾਜ ਜੀ ਨਿਸ਼ਾਨ ਬਣੇ ਸਨ ਵੀ ਕੁਝ ਜਿਵੇਂ ਹੁਣ ਅਸੀਂ ਪਾਰਕਾਂ 'ਚ ਸੈਰ ਕਰਨ ਵਾਸਤੇ ਜਗ੍ਹਾ ਬਣਾਈ ਹੁੰਦੀ ਨਾ, ਵੀ ਇੱਧਰ ਚਲੇ ਜਾਵਾਂਗੇ ਵਾਪਸ ਹੁਣ ਟਰੈਕ ਬਣੇ ਹੁੰਦੇ ਨੇ। ਮਹਾਰਾਜ ਨੇ ਨਿਸ਼ਾਨ ਲਾ ਲਏ ਵੀ ਇੱਥੋਂ ਚੱਲ ਕੇ ਉੱਥੋਂ ਤੱਕ ਸੈਰ ਕਰਦੇ ਰਹਿਣਾ, ਨਾਲੇ ਦੋ ਪਾਸੇ ਆਉਂਦੇ ਜਾਂਦੇ ਰਹਿਣਾ, ਕਰਤਾ ਪੁਰਖ ਦਾ ਜਾਪ ਕਰਦੇ ਰਹਿਣਾ। ਅਤੇ ਉਹ ਜ਼ਮੀਨ ਕੋਈ ਬਹੁਤੀ ਇਹੋ ਜਿਹੀ ਨਹੀਂ ਸੀ, ਰੋੜ ਕਿ ਉੱਥੇ ਸੀ ਕੋਈ, ਅਤੇ ਉਹਨਾਂ ਰੋੜਾਂ 'ਤੇ ਬਹਿ ਜਾਣਾ। ਕੋਈ ਵਿਛਾਈ ਨਹੀਂ, ਕੋਈ ਘਾਹ ਨਹੀਂ, ਕੋਈ ਚਾਦਰ ਨਹੀਂ, ਕੋਈ ਗਲੀਚਾ ਨਹੀਂ, ਉੱਥੇ ਹੀ ਸੈਰ ਕਰਨੀ। ਅਤੇ ਸੈਰ ਦਾ ਭਾਵ ਤੁਰੇ ਫਿਰਦੇ ਉੱਠਤ ਬੈਠਤ ਸੋਵਤ ਧਿਆਈ ਵਾਲੇ ਜੋ ਅੱਗੇ ਜਾ ਕੇ ਸਾਨੂੰ ਬਹੁਤ ਖੁੱਲੀਆਂ ਬਖਸ਼ਿਸ਼ਾਂ ਮਿਲੀਆਂ। ਉੱਥੇ ਰੋੜਾਂ 'ਤੇ ਹੀ ਮਹਾਰਾਜ ਨੇ ਬੈਠ ਕੇ ਸਮਾਧੀ ਲਗਾ ਲੈਣੀ, ਉੱਥੇ ਸਿਮਰਨ ਕਰਨਾ। ਸਾਰਾ ਦਿਨ ਦੁਪਹਿਰ ਮਹਾਰਾਜ ਨੇ ਉੱਥੇ ਹੀ ਕੱਟਣੀ। ਸਵੇਰੇ ਚਲੇ ਜਾਣਾ, ਰਾਤਰੀ ਦੇ ਵਕਤ ਆਉਣਾ। ਭਾਈ ਲਾਲੋ ਜੀ ਨੇ ਸਾਰਾ ਦਿਨ ਆਪਣੀ ਕਿਰਤ ਕਰਨੀ। ਰਾਤਰੀ ਦਾ ਪ੍ਰਸ਼ਾਦਾ ਮਹਾਰਾਜ ਜੀ ਨੇ ਭਾਈ ਲਾਲੋ ਜੀ ਕੋਲੋਂ ਉਹਨਾਂ ਦੇ ਗ੍ਰਹਿ ਛਕਣਾ। ਅਤੇ ਸਾਰਾ ਦਿਨ ਇਸੇ ਤਰ੍ਹਾਂ ਜ਼ਰੂਰਤ ਪਈ ਤੇ ਉੱਥੋਂ ਕੁਦਰਤ 'ਚੋਂ ਪ੍ਰਕਿਰਤੀ 'ਚੋਂ ਕੋਈ ਫੁੱਲ ਬੂਟਾ ਜੋ ਕੁਦਰਤ ਨੇ ਦਿੱਤੇ ਨੇ, ਉਹਨਾਂ 'ਚੋਂ ਕੋਈ ਮੁੱਖ ਪਾ ਲਿਆ, ਜਿਸ ਨੂੰ ਕਹਿੰਦੇ ਰੇਤ ਅੱਕ ਆਹਾਰ ਕਰ। ਭਾਈ ਅੱਕ ਦਾ ਬੂਟਾ ਤਾਂ ਐਸੇ ਥਾਂ ਹਰ ਥਾਂ 'ਤੇ ਮਿਲ ਜਾਂਦਾ ਹੈ। ਇਹ ਠੀਕ ਹੈ ਕਿ ਅਸੀਂ ਜਾਣਦੇ ਨਹੀਂ, ਜਿਹੜੇ ਔਸ਼ਧੀ ਗੁਣਾਂ ਵਾਲੇ ਜਾਣਦੇ ਨੇ। ਅੱਕ ਦਾ ਬੂਟਾ ਬਹੁਤ ਹੀ ਗੁਣਾਂ ਨਾਲ ਭਰਪੂਰ ਹੈ, ਔਰ ਇੰਨੀ ਹਾਈ ਰਿਚ ਐਨਰਜੀ ਉਹਦੇ ਵਿੱਚ ਹੈ ਕਿ ਤੁਸੀਂ ਉਹਦਾ ਇੱਕ ਪੱਤੇ ਦਾ ਰਸ ਤੱਤ ਵੀ ਨਹੀਂ ਬਰਦਾਸ਼ਤ ਕਰ ਸਕਦੇ। ਮੈਨੂੰ ਇੰਨਾ ਕੁ ਯਾਦ ਹੈ, ਅਸੀਂ ਬਜ਼ੁਰਗਾਂ ਤੋਂ ਵੇਖਿਆ 4-4 ਪੱਤੇ ਬਾਮੁਸ਼ਕਿਲ ਪਸ਼ੂਆਂ ਨੂੰ ਦਿੰਦੇ ਸਨ ਕਿਤੇ। ਪਸ਼ੂਆਂ ਨੂੰ ਅੱਜ ਕੱਲ੍ਹ ਸਰਦੀਆਂ ਦੇ ਦਿਨ ਹੋਣੇ, ਬੁੱਢੇ ਠੇਰੇ ਜਾਨਵਰ ਜਿਹੜੇ ਹੋਣੇ, ਜਿਨ੍ਹਾਂ ਤੋਂ ਸਰਦੀਆਂ 'ਚ ਬੈਠੇ ਤੇ ਉੱਠਿਆ ਨਹੀਂ ਸੀ ਜਾਂਦਾ, ਉਹਨਾਂ ਪਸ਼ੂਆਂ ਨੂੰ ਇਹ 4-4 ਚੱਕ ਦੇ ਪੱਤੇ ਦੇਣੇ, ਇੰਨੇ ਗਰਮ ਤੇ ਐਨਰਜਿਕ ਹੁੰਦੇ ਨੇ। ਦਸ਼ਮੇਸ਼ ਪਾਤਸ਼ਾਹ ਸਾਹਿਬ ਦੀ ਗਾਥਾ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਮਹਾਰਾਜ ਜੀ ਚਮਕੌਰ ਸਾਹਿਬ ਤੋਂ ਅੱਗੇ ਗਏ ਸਨ, ਜੀ ਰਾਤ ਠਰੀ ਸਰਦ ਰਾਤ ਮਹਾਰਾਜ ਨੇ ਅਤੇ ਸਾਰਾ ਦਿਨ ਝਾੜ ਸਾਹਿਬ ਕੇ ਕੱਟਿਆ ਸੀ। ਉੱਥੇ ਵੀ ਮਹਾਰਾਜ ਨੇ ਕੁਛ ਸਰੀਰ ਨੂੰ ਐਨਰਜੀ ਦੇਣ ਵਾਸਤੇ, ਆਹਾਰ ਦੇਣ ਵਾਸਤੇ ਅੱਕ ਦੀ ਕਰੁੰਬਲ ਦਾ ਜੋ ਥੋੜ੍ਹਾ ਜਿਹਾ ਰਸ ਨਿਕਲਦਾ ਹੈ ਉਹ ਚੱਖਿਆ ਸੀ, ਕਿਉਂਕਿ ਸਰੀਰ ਨੂੰ ਬਹੁਤ ਔਸ਼ਧੀ ਦਿੰਦਾ ਹੈ। ਜੋ ਹਿਕਮਤ ਵਿੱਚ ਸੰਬੰਧ ਰੱਖਦੇ ਨੂੰ ਪਤਾ ਹੈ ਕਿ ਇਹਦਾ ਜੋ ਆਪਾਂ ਪੰਜਾਬੀ ਚਲੋ ਅੱਕ ਦਾ ਦੁੱਧ ਕਹਿ ਦਿੰਦੇ ਹਾਂ, ਉਹ ਕਰੁੰਬਲ, ਅੱਕ ਦੀ ਕਰੁੰਬਲ ਅਤੇ ਅੱਕ ਦਾ ਦੁੱਧ ਬਹੁਤ ਹੀ ਦਵਾਈਆਂ ਦੇ ਵਿੱਚ ਪ੍ਰਯੋਗ ਵਰਤਿਆ ਜਾਂਦਾ ਹੈ। ਕਿਉਂਕਿ ਹੁਣ ਅਸੀਂ ਸਾਰਾ ਕੁਝ ਰੈਡੀਮੇਡ ਲੈਂਦੇ ਹਾਂ, ਇਸ ਕਰਕੇ ਸਾਨੂੰ ਪਤਾ ਨਹੀਂ ਵੀ ਕੀ ਪਾਇਆ ਅੰਗਰੇਜ਼ੀ ਨਾਮ 'ਤੇ। ਕੁਝ ਸਾਡੇ ਹਿਕਮਤ ਵਾਲਿਆਂ ਦੇ ਇੱਕ ਕੋਡ ਵਰਡਿੰਗ ਹੁੰਦੀ ਹੈ, ਉਹ ਜਾਂ ਤਾਂ ਦੱਖਣੀ ਨਾਂ ਲਿਖਣਗੇ ਅਤੇ ਜਾਂ ਯੂਨਾਨੀ ਨਾਮ ਲਿਖਦੇ ਨੇ।
ਅੱਜ ਕਿਸੇ ਹਕੀਮ ਤੋਂ ਦਵਾਈ ਲਈ ਜਾਂ ਤਾਂ ਯੂਨਾਨੀ ਪੱਧਤੀ ਦਾ ਨਾਂ ਲਿਖ ਦੇਗਾ ਤੇ ਜਾਂ ਦੱਖਣੀ ਸੰਸਕ੍ਰਿਤ ਜਿਹਾ ਦਾ ਕੋਈ ਨਾਂ ਲਿਖੇਗਾ। ਸਿੱਧਾ ਸਾਦਾ ਨਾਂ ਇਹ ਸੁਭਾਵਿਕ ਹੀ ਨਹੀਂ ਲਿਖਦੇ, ਕਿਉਂਕਿ ਆਮ ਬੰਦੇ ਦੇ ਪੱਲੇ ਹੀ ਨਹੀਂ ਪੈਂਦਾ। ਖੈਰ, ਉੱਥੇ ਮਹਾਰਾਜ ਜੀ ਨੇ ਸਾਰਾ ਦਿਨ ਪ੍ਰਭੂ ਦੇ ਪਿਆਰ 'ਚ ਆਪਣੇ ਲਿਵ 'ਚ ਰਹਿਣਾ। ਰਾਤਰੀ ਦੇ ਸਮੇਂ ਆ ਕੇ ਮਹਾਰਾਜ ਨੇ ਭਾਈ ਲਾਲੋ ਜੀ ਕੋਲ ਲੰਗਰ ਪ੍ਰਸ਼ਾਦ ਛਕਣਾ। ਦਿਨ ਭਰ ਲਾਲੋ ਨੇ ਕਿਰਤ ਆਪਣੇ ਕਰਨੀ, ਗੁਰੂ ਨਾਨਕ ਪਾਤਸ਼ਾਹ ਸਾਹਿਬ ਨੇ ਆਪਣੀ ਕਿਰਤ ਕਰਨੀ। ਹੁਣ ਇੰਜ ਕਰਦਿਆਂ ਕਰਦਿਆਂ 15 ਦਿਨ ਬਤੀਤ ਹੋਏ ਨੇ। ਹੁਤੋ ਪਠਾਨ ਤਹਾਂ ਕੋ ਰਾਜਾ, ਤੇ ਭਾਈ ਹਰ ਇਲਾਕੇ 'ਚ ਕਿਤੇ ਨਾ ਕਿਤੇ ਕੋਈ ਨਾ ਕੋਈ ਨਵਾਬ, ਚੌਧਰੀ, ਸਕਦਾਰ ਤੇ ਇਲਾਕੇ ਬਣੇ ਨਾ ਜ਼ਮੀਂਦਾਰੀਆਂ ਦੇ। ਤੇ ਉਦੋਂ ਵਕਤ ਸੀਗਾ ਪਠਾਣਾਂ ਦਾ ਰਾਜ ਸੀਗਾ। ਐਮਨਾਬਾਦ ਸਭ ਨੂੰ ਪਤਾ ਹੈ ਕਿ ਪਠਾਣਾਂ ਦਾ ਗੜ੍ਹ ਸੀ, ਔਰ ਉਹਨਾਂ ਪਠਾਣਾਂ ਦੇ ਬਾਅਦ ਜ਼ਿਕਰ ਵੀ ਅਸੀਂ ਗੁਰਬਾਣੀ 'ਚ ਬਾਬਰ ਬਾਣੀ ਵਿੱਚ ਪੜ੍ਹੇ ਨੇ, ਉਹ ਬਾਅਦ ਦੀਆਂ ਗੱਲਾਂ ਨੇ। ਪਠਾਣਾਂ ਦਾ ਉੱਥੇ ਰਾਜ ਸੀ। ਨਿਕਟ ਸਭਾ ਤੇ ਦੁਸ਼ਟ ਸਮਾਜਾ, ਤੇ ਫਿਰ ਇਹ ਕਹਿਣਾ ਕਿ ਉਹਨਾਂ ਦੇ ਕੋਲ ਬੜੇ ਭਗਤੀ ਵਾਲੇ ਲੋਕ ਬੈਠਦੇ ਸਨ ਨਾ ਭਾਈ, ਉਹਨਾਂ ਤਾਮਸੀ ਬਿਰਤੀ ਦੇ ਲੋਕ ਸਨ, ਤੇ ਉਹਨਾਂ ਦੇ ਕੋਲ ਜਿਹੜੇ ਸਾਡੇ ਸਮਾਜ ਦੇ ਲੋਕ ਵੀ ਉਹਨਾਂ ਨੂੰ ਸਮਝ ਰੱਖਦੇ ਸਨ, ਉਹ ਵੀ ਤਾਮਸੀ ਬਿਰਤੀਆਂ ਵਾਲੇ ਸਨ। ਤੇ ਇਹ ਮੰਤਰੀ ਥੋ ਇੱਕ ਖੱਤਰੀ ਏਕੂ, ਉਹਨਾਂ ਵਿੱਚੋਂ ਹੀ ਇੱਕ ਉਹਨਾਂ ਦਾ ਕਾਰਦਾਰ ਅਹਿਲਕਾਰ ਪੰਜਾਬੀ ਖੱਤਰੀ ਸੀ। ਨਾਮ ਮਲਕ ਭਾਗੋ ਅਬਿਵੇਕੂ, ਉਹਦਾ ਨਾਮ ਸਾਡੀ ਸਾਖੀਆਂ 'ਚ ਮਲਕ ਭਾਗੋ ਕਰਕੇ ਆਇਆ। ਇਹ ਐਮਨਾਬਾਦ ਦੇ ਪਠਾਣਾਂ ਦਾ ਅਹਿਲਕਾਰ ਸੀ। ਹੁਤੋ ਪਾਸ ਤਿਹ ਕੇ ਬਹੁ ਦਰਬਾ, ਤੇ ਬੜਾ ਧਨਾੜ ਸੀ ਭਾਈ ਇਲਾਕੇ ਦਾ, ਮੰਨਿਆ ਪਰ ਮੰਨਿਆ। ਪਠਾਣਾਂ ਦਾ ਅਹਿਲਕਾਰ ਹੋਵੇ ਤੇ ਅਮੀਰ ਨਾ ਹੋਵੇ ਤੇ ਕਹਿਣ ਦੀ ਗੱਲ ਹੀ ਕੋਈ ਨਹੀਂ। ਕਰ ਕਲ ਮਲ ਸੋ ਸੰਚਿਓ ਸਰਬਾ, ਔਰ ਇਹ ਵੀ ਸੱਚ ਹੈ ਕਿ ਇਹਨਾਂ ਕੋਈ ਪੁੰਨ ਕਰਕੇ ਨਹੀਂ ਸੀ ਇਕੱਠੇ ਕੀਤੇ। ਔਰ ਸਤਿਗੁਰੂ ਨਾਨਕ ਦਾ ਤਾਂ ਇੱਕ ਆਪਣਾ ਅਟਲ ਦ੍ਰਿਸ਼ਟਾਂਤ ਹੈ, ਅਟਲ ਵਿਚਾਰ ਹੈ, ਜੋ ਕਦੇ ਕੱਟਿਆ ਨਹੀਂ। ਕਿ ਆਮ ਬੰਦਾ ਜਿਸ ਵੀ ਪੱਧਰ ਦਾ ਹੈਗਾ ਏ, ਉਨੀ ਕਮਾਈ ਦੇ ਨਾਲ ਉਹਦੇ ਆਏ ਚਲਾਏ ਖਰਚ ਖਾ ਪਾ ਪਰਿਵਾਰ ਦੇ ਗੁਜ਼ਰਨ ਵਧੀਆ ਹੋ ਸਕਦਾ ਹੈ। ਪਰ ਆਪਣੀ ਸੀਮਾਵਾਂ ਤੋਂ ਜਦੋਂ ਵੱਧ ਕੇ ਜੁੜਦਾ ਹੈ ਤੇ ਕਿਤੇ ਨਾ ਕਿਤੇ ਉਹਨੇ ਕੋਈ ਗਲਤੀ ਜ਼ਰੂਰ ਕੀਤੀ, ਕੋਈ ਪਾਪ ਮਾੜਾ ਕਰਮ ਕੀਤਾ ਹੁੰਦਾ ਹੈ। ਅਸੀਂ ਸਾਰੇ ਜਣੇ ਆਲੇ ਦੁਆਲੇ ਆਪਣੇ ਕਿਰਤੀ ਮਸ਼ੱਕਤੀ ਲੋਕਾਂ ਨੂੰ ਵੇਖਦੇ ਹਾਂ, ਜਿੰਨਾ ਕੁ ਉਹਨਾਂ ਦਾ ਲੈਵਲ ਹੁੰਦਾ ਉਨੀ ਕਮਾਈ ਚਲਾਈ, ਉਨੇ ਖਰਚੇ, ਉਨੀ ਆਮਦਨ ਬਣੀ ਰਹਿੰਦੀ ਹੈ। ਪਰ ਜੇ ਆਮਦਨ ਤੋਂ ਵੱਧ ਇਕੱਠਾ ਹੋਣ ਲੱਗ ਪਏ, ਜਦੋਂ ਤਾਂ ਢੇਰੀਆਂ ਲੱਗਦੀਆਂ, ਦਾ ਮਤਲਬ ਕਿਤੇ ਤੇ ਕੋਈ ਗਲਤ ਹੈ। ਗੁਰੂ ਨਾਨਕ ਮਹਾਰਾਜ ਦਾ ਇੱਕ ਅਕੱਟ ਵਚਨ ਹੈ, ਪਾਪਾਂ ਬਾਝੋਂ ਹੋਵੇ ਨਾਹੀ। ਇੱਕ ਜਿਹੜੇ ਸੰਚਨ ਹੈ ਨਾ ਧਨ ਦਾ ਬਹੁਤਾ, ਕਿਤੇ ਪਾਪ ਕਰਨਾ ਪੈਂਦਾ ਹੈ। ਹੋ ਸਕਦਾ ਕਿ ਕਿਸੇ ਨੇ ਜਾਣਬੁੱਝ ਕੇ ਕੀਤਾ ਹੋਵੇ, ਤੇ ਪਾਪ ਤੇ ਅਚਨਚੇਤ ਹੁੰਦਾ ਹੀ ਨਹੀਂ। ਤੇ ਠੱਗੀ ਠੋਰੀ ਤੇ ਜਾਣਬੁੱਝ ਕੇ ਲੋਕ ਮਾਰਦੇ ਨੇ, ਹੈ ਕਿ ਤੁਰਿਆ ਜਾਂਦੇ ਠੱਗੀ ਵੱਜ ਗਈ ਜੀ, ਇੱਦਾਂ ਨਹੀਂ ਹੁੰਦਾ। ਠੱਗੀ ਖਾਧੀ ਜਾਂਦੀ ਹੈ, ਕੋਈ ਸਾਨੂੰ ਤੁਰੇ ਜਾਣ ਠੱਗ ਲੈਂਦਾ ਹੈ। ਸਮਝ ਆਈ ਵੀ ਕੋਈ ਭਲੇ ਪੁਰਖ ਨੂੰ ਚਲਾਕ ਬੰਦੇ ਠੱਗ ਲੈਂਦੇ ਨੇ, ਸਮਝ ਆਇਆ। ਪਰ ਠੱਗੀ ਮਾਰਨੀ ਵਾਸਤੇ ਤਾਂ ਚਲਾਕੀ ਕਰਨੀ ਪੈਂਦੀ ਹੈ। ਇਹ ਬੰਦਾ ਚਲਾਕ ਹੈ, ਠੱਗੀਆਂ ਮਾਰਦਾ ਹੈ, ਕਾਰਦਾਰ ਹੈ, ਸਰਕਾਰ ਦਾ ਜ਼ੋਰ ਨਾਲ ਚੱਲਦਾ ਹੈ। ਗਰੀਬ ਗੁਰਬਿਆਂ ਨੂੰ ਇਹ ਪੈਸੇ ਦਿੰਦਾ, ਵਿਆਜ ਲੈਂਦਾ ਦੁੱਗਣੇ ਡਾਢੇ, ਤੇ ਇਹਨੇ ਇਕੱਠਾ ਧਨ ਕੀਤਾ ਹੋਇਆ। ਕਰਨ ਸੁਜਸ ਆਪਣੋ ਨਰ ਮਾਹੀ, ਔਰ ਐਸੇ ਬੰਦਿਆਂ ਨੂੰ, ਜਿਨ੍ਹਾਂ ਬੰਦਿਆਂ ਦੇ ਕੋਲ ਇਸ ਤਰ੍ਹਾਂ ਅੱਜ ਕੱਲ੍ਹ ਸ਼ਬਦ ਹੈ ਮਾੜੀ 2 ਨੰਬਰ ਦੀ ਕਮਾਈ, ਖਾਸ ਕਰਕੇ ਵਿਆਜ ਆਦਿਕ ਦੀ ਜਿਨ੍ਹਾਂ ਕਮਾਈ ਸੰਚਨ ਕੀਤੀ ਹੁੰਦੀ ਹੈ, ਇਸ ਤਰ੍ਹਾਂ ਲੋਕਾਂ ਦਾ ਜੋੜ ਕੇ, ਲੋਕਾਂ ਤੋਂ ਖੋਹ ਕੇ ਢਿੰਗੋ ਜੋਰੀ ਧਨ ਇਕੱਠਾ ਕੀਤਾ ਹੁੰਦਾ, ਉਹਨਾਂ ਨੂੰ ਇੱਕ ਸ਼ੌਕ ਹੁੰਦਾ ਹੈ ਸਾਡਾ ਨਾਮ ਹੋਵੇ ਧਰਮ ਖੇਤਰਾਂ 'ਚ। ਦੁਨੀਆ ਵਿੱਚ ਸਾਡਾ ਨਾਮ ਹੁੰਦਾ ਕਿ ਨਹੀਂ ਹੁੰਦਾ, ਰਾਜੇ ਤਾਂ ਬਣ ਨਹੀਂ ਸਕਦੇ ਹੋ, ਪਰ ਧਰਮ ਮੰਡਲਾਂ ਦੇ ਵਿੱਚ ਵੱਡੇ ਵੱਡੇ ਤਾਨਵੀਰ ਤੇ ਪੁੰਨੀ ਬਣਨਾ ਚਾਹੁੰਦੇ ਨੇ। ਇਸੇ ਕਰਕੇ ਬੜੇ ਵੱਡੇ ਹੁਣ ਵੀ ਹੈ, ਸਦੀਆਂ ਤੋਂ ਇਹ ਹੈ ਤੇ ਹੁਣ ਵੀ ਹੈ, ਵੱਡੇ ਅਨੁਸ਼ਠਾਨ ਹੋਣਗੇ, ਜਗ ਹੋਣਗੇ, ਭੰਡਾਰੇ ਕਈ ਨੇ, ਹੁਣ ਲੰਗਰ ਲੱਗਦੇ ਨੇ, ਬੜੇ ਵੱਡੇ ਨਗਰ ਕੀਰਤਨਾਂ 'ਤੇ ਲੰਗਰ ਲਗਾਏ ਜਾਂਦੇ ਨੇ। ਬਹੁਤ ਵੱਡੇ ਜਦੋਂ ਪਬਲਿਕ ਨੇ ਇਕੱਠਾ ਹੋਣਾ ਹੁੰਦਾ, ਇੰਤਜ਼ਾਮ ਇਹੋ ਜਿਹੇ ਬਣਦੇ ਨੇ। ਇਹ ਸਦੀਆਂ ਤੋਂ ਰਿਹਾ ਹੈ। ਉਦੋਂ ਚੂੰਕਿ ਇਹੋ ਜਿਹੇ ਪੋਸੇ ਨਹੀਂ ਸੀ, ਤੇ ਲੋਕ ਸਾਲ 'ਚ ਇੱਕ ਦਾ ਯੱਗ ਕਰਨਾ ਜੀ ਬੜਾ ਭਲਾ ਹੈ ਜੀ, ਆਪਣੀ ਵਾਹ ਕਰਨ ਵਾਸਤੇ। ਲੋਕਾਂ ਦੇ ਵਿੱਚ ਆਪਣੀ ਵਾਹ ਕਰਨ ਵਾਸਤੇ ਬ੍ਰਹਮ ਭੋਜ ਕੀ ਨੂੰ ਪੁਰਤਾਹੀ, ਉਹਨੇ ਵੀ ਆਪਣੇ ਨਗਰ ਐਮਨਾਬਾਦ ਵਿੱਚ ਬ੍ਰਹਮ ਭੋਜ ਕੀਤਾ। ਦਿਜ ਖੱਤਰੀ ਬਿੱਟ
ਸ਼ੂਦਰ ਚਾਰੀ। ਉਹਨੇ ਸਾਰੇ ਸੱਦ ਲਏ, 4 ਵਰਣਾਂ ਦੇ ਲੋਕ ਸੱਦ ਲਏ ਨੇ, ਜਿਹੜੇ ਗ੍ਰਸਤੀ ਨੇ, ਬ੍ਰਹਮਚਾਰੀ ਨੇ, ਆ ਸਾਰੇ ਬਿਰਤੀਆਂ ਦੇ ਲੋਕ, ਸਾਰੇ ਵਰਣਾਂ ਦੇ ਲੋਕਾਂ ਨੂੰ ਖੁੱਲ੍ਹਾ ਨਿਉਤਾ ਦਿੱਤਾ ਹੈ, ਖੁੱਲ੍ਹਾ ਸੱਦਾ ਦਿੱਤਾ। ਸਭ ਕੋ ਦਇਓ ਅਮੰਤ ਪੁਕਾਰੀ। ਅਮੰਤ ਪੁਕਾਰ ਕਹਿੰਦੇ ਨੇ ਬਿਨਾਂ ਨਾਮ ਲਿਆ ਸਾਰਿਆਂ ਨੂੰ ਖੁੱਲ੍ਹਾ ਸੱਦਾ। ਜਿਵੇਂ ਆਪਾਂ ਕਦੇ ਕਦੇ ਇੱਥੇ ਅਨਾਊਂਸਮੈਂਟ ਕਰਦੇ ਭਾਈ ਸਾਰਿਆਂ ਨੂੰ ਬੇਨਤੀ ਹੈ, ਸਾਰੇ ਆਇਓ, ਆਪਾਂ ਖੁੱਲ੍ਹੀ ਬੇਨਤੀ ਕਰਦੇ ਨੇ, ਇਹਨੂੰ ਅਮੰਤ ਪੁਕਾਰ ਕਹਿੰਦੇ ਨੇ। ਬਿਨਾਂ ਨਾਂ ਲਿਆ ਕਿਸੇ ਦਾ, ਤੇ ਸਾਰੇ ਮੁਹੱਲੇ ਨੂੰ, ਸਾਰੇ ਪਿੰਡ ਨੂੰ, ਸਾਰਿਆਂ ਨੂੰ ਸੱਦਾ ਹੈ। ਜਿਤੇ ਫਕੀਰਨ ਕੇ ਅਸਥਾਨਾ। ਆਲੇ ਦੁਆਲੇ ਜਿਹੜੇ ਉਹਨਾਂ ਦੇ ਸਾਧੂ ਸੰਤਾਂ ਦੇ, ਫਕੀਰਾਂ ਦੇ ਡੇਰੇ ਸਨ, ਉੱਥੇ ਵੀ ਇਸੇ ਤਰ੍ਹਾਂ ਖੁੱਲ੍ਹੇ ਸੁਨੇਹੇ ਭੇਜ ਦਿੱਤੇ ਗਏ। ਪਠ ਨਰ ਸਭਨ ਅਸਨ ਬਰਜਾਨਾ। ਵੀ ਸਭ ਨੂੰ ਸੁਨੇਹਾ ਦਿੱਤਾ ਵੀ ਫਲਾਣੇ ਦਿਨ ਸਭ ਦੀ ਰੋਟੀ ਵਰਜੀ ਹੈ, ਸਾਰਿਆਂ ਦਾ ਭੋਜਨ ਪ੍ਰਸ਼ਾਦਾ, ਸਭ ਨੂੰ ਲੰਗਰ। ਅੱਜ ਕੱਲ੍ਹ ਸ਼ਬਦ ਵਰਤ ਲੈਂਦੇ ਆ ਵੀ ਬ੍ਰਹਮ ਭੋਜ ਹੈ, ਸਭ ਦਾ ਭੰਡਾਰਾ ਹੈ। ਤੇ ਖਤਰੀ ਕੋ ਦਿਜ ਨਗਰ ਫਿਰੰਤ ਅਮੰਤੂ ਦੇਤ। ਕਿਉਂਕਿ ਇਹ ਸਾਰਾ ਕੰਮ ਲਾਗੀਆਂ ਦਾ ਹੀ ਹੁੰਦਾ ਸੀ, ਜਵੰਤ ਸੁਨਾਹ ਦੇਣੇ ਲੈਣੇ। ਪੁਰਾਣਾ ਸ਼ਬਦ ਹੈ, ਸਾਡੇ ਬਜ਼ੁਰਗ ਵਰਤੇ ਹੁੰਦੇ ਸੀ, ਲਾਗੀ ਪੰਜਾਬ ਦੇ ਵਿੱਚ ਵਰਤਿਆ ਜਾਂਦਾ ਸੀ। ਲਾਗੀ ਸੁਨਾਹ ਦੇਣ ਵਾਲੇ, ਉਹਦੇ 'ਚ 2 ਪ੍ਰਕਾਰ ਦੇ ਲੋਕ ਹੁੰਦੇ ਸਨ। ਕੁਝ ਮਿਰਾਸੀ ਸੰਬੰਧ ਹੁੰਦੇ ਸੀ ਅਤੇ ਕੋਈ ਬ੍ਰਾਹਮਣ ਸੰਬੰਧ ਹੁੰਦੇ ਸੀ। ਹੁਣ ਇਹਨਾਂ ਦਾ ਬ੍ਰਾਹਮਣ ਹੈ, ਉਹ ਆਲੇ ਦੁਆਲੇ ਥਾਂ ਪਰ ਥਾਂ ਖੁੱਲ੍ਹਾ ਸੁਨੇਹਾ ਦੇ ਰਿਹਾ, ਜਿਹੜਾ ਭਾਈ ਸਭ ਨੇ ਆਉਣਾ, ਸਭ ਨੇ ਆਉਣਾ। ਨਗਰ 'ਚ ਇੱਕ ਸਭ ਨੇ ਢੰਡੋਰਾ ਪਿਟਵਾਤਾ ਵੀ ਫਲਾਣੇ ਦਿਨ ਮਲਕ ਭਾਗੋ, ਜਦੋਂ ਬ੍ਰਹਮ ਭੋਜ ਹੈ, ਖੁੱਲ੍ਹਾ ਭੰਡਾਰਾ ਹੈ, ਅਤੇ ਹਰ ਕੋਈ ਬੰਦਾ ਅੱਜ ਆਪਣੇ ਘਰ ਰੋਟੀ ਨਹੀਂ ਖਾਏਗਾ, ਬ੍ਰਹਮ ਭੋਜ ਦਾ ਭੰਡਾਰਾ ਹੋਏਗਾ। ਉਦੋਂ ਸ਼ਬਦ ਲੰਗਰ ਪ੍ਰਯੁਕਤ ਨਹੀਂ ਸੀ ਹੁੰਦਾ, ਉਦੋਂ ਭੰਡਾਰਾ ਸ਼ਬਦ ਵਰਤਿਆ ਜਾਂਦਾ ਸੀ। ਬ੍ਰਹਮ ਭੋਜ ਹੋਣਾ, ਪ੍ਰੀਤੀ ਭੋਜ ਹੋਣੇ। ਉਸ ਅਮੰਤੂ ਸੁਨੇਹਾ ਆ ਗਿਆ ਸਭ ਨੂੰ। ਜਾਵਤ ਥੇ ਉਦਿਆਨ ਕੋ ਤਬ ਬੇਤੀ ਕੁਲ ਕੇਤ। ਇਤਫਾਕ ਐਸਾ ਹੋਇਆ, ਜਿਸ ਦਿਨ ਉਹ ਸਾਰਾ ਪ੍ਰੋਗਰਾਮ ਲਿਖਿਆ ਗਿਆ ਸੀ, ਉਹ ਸਵੇਰੇ ਸਵੇਰ ਵੀ ਆਵਾਜ਼ਾਂ ਦੇ ਰਹੇ ਸੀ ਭਾਈ ਦੁਪਹਿਰ ਤੋਂ ਬਾਅਦ ਦਾ ਖਾਣਾ ਜਿਹੜਾ ਨਾ ਅੱਜ ਬ੍ਰਹਮ ਭੋਜ ਹੈ। ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੂੰ ਮਿਲ ਗਿਆ। ਮਹਾਰਾਜ ਵੀ ਸਵੇਰੇ ਉੱਠੇ ਨੇ, ਅਤੇ ਮਹਾਰਾਜ ਜੀ ਆਪਣੇ ਉਸ ਸਥਾਨ 'ਤੇ ਜਿੱਥੇ ਦੁਪਹਿਰ ਪਰ ਸਾਰਾ ਦਿਨ ਮਹਾਰਾਜ ਜਪ ਕਰਦੇ ਸਨ, ਧਿਆਨ 'ਚ ਆਪਣੀ ਅਨੰਤ ਬਿਰਤੀ 'ਚ ਰਹਿੰਦੇ ਸਨ। ਇਹ ਵੀ ਗਲੀ 'ਚੋਂ ਨਿਕਲ ਰਹੇ ਨੇ, ਅਤੇ ਮਹਾਰਾਜ ਵੀ ਗਲੀ 'ਚੋਂ ਬਾਹਰ ਨਿਕਲ ਰਹੇ ਨੇ। ਆਮੋ ਸਾਹਮਣੇ ਟਕਰਾ ਉਸ ਸੁਨਾਹ ਦੇਣ ਵਾਲੇ ਪੰਡਤ ਦਾ, ਲਾਗੀ ਦਾ, ਅਤੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਦਾ ਮੇਲ ਮੋੜ 'ਤੇ ਹੋ ਗਿਆ। ਬਿਪਰ ਬਲੋਕਤ ਬਚਨ ਅਲਾਏ। ਉਹਨੇ ਵੇਖਿਆ ਵੀ ਅੱਗੋਂ ਨਾਨਕ ਜੀ ਆ ਰਹੇ ਨੇ। ਕਿਤ ਕੋ ਨਾਨਕ ਤਪਾ ਸਿਧਾਏ। ਅਤੇ ਸਤਿਗੁਰੂ ਪਾਤਸ਼ਾਹ ਸਾਹਿਬ ਜਿਹਨੂੰ ਇੱਥੇ ਰਹਿੰਦੇ ਆ ਹੁਣ 15-18 ਦਿਨ ਹੋ ਹੀ ਗਏ ਨੇ ਜ਼ਿਆਦਾ। ਆਲੇ ਦੇ ਲੋਕਾਂ ਨੂੰ ਪਤਾ ਹੀ ਸੀਗਾ ਵੀ ਲਾਲੋ ਦੇ ਘਰ ਕੋਈ ਆ ਕੇ ਖੱਤਰੀ ਠਹਿਰੇ ਆ, ਔਰ ਇੱਥੇ ਹੀ ਲੋਕਾਂ ਨੇ ਗੁਰੂ ਨਾਨਕ ਜੀ ਨੂੰ ਕੁਰਾਈਆ ਕਹਿਣਾ ਸ਼ੁਰੂ ਕੀਤਾ ਸੀ ਵੀ ਦੇਖੋ ਜਾਤ ਖੱਤਰੀ ਹੈ, ਅਤੇ ਸ਼ੂਦਰਾਂ ਦੇ ਘਰ ਬਹਿ ਕੇ ਖਾਣਾ ਖਾਂਦਾ ਹੈ, ਅਤੇ ਨਾਲ ਮੁਸਲਮਾਨ ਨੌਕਰ ਰੱਖੇ। ਇਹ ਲੋਕਾਂ ਦੀ ਨਜ਼ਰ 'ਚ ਇਹ ਗੱਲਾਂ ਗਲਤ ਲੱਗਦੀਆਂ ਸਨ। ਉਹਨੇ ਵੀ ਪਹਿਲਾਂ ਤੇ ਬੜੇ ਅਦਬ ਨਾਲ ਬੋਲਿਆ ਵੀ ਨਾਨਕ ਤਪਾ ਜੀ ਕਿੱਧਰ ਚੱਲੇ ਹੋ? ਅਹੈ ਅਮੰਤ ਨਾ ਕਰੋ ਆਹਾਰਾ। ਉਹ ਭਾਈ ਅੱਜ ਤੁਸੀਂ ਤੇ ਸ਼ਹਿਰ ਬਾਹਰੋਂ ਤੁਰੇ ਜਾਂਦੇ ਹੋ, ਅਤੇ ਅੱਜ ਤੇ ਸਾਰੇ ਬਾਹਰ ਦੇ ਲੋਕ ਸ਼ਹਿਰ ਨੂੰ ਆ ਰਹੇ ਨੇ। ਬਾਹਰੋਂ ਸਾਧੂ ਸੰਤ ਜਿੰਨੇ ਪੀਰ ਫਕੀਰ ਆਂਢ ਗੁਆਂਢ ਦੇ ਡੇਰਿਆਂ ਦੇ ਡੇਰੇਦਾਰ ਵੀ ਅੱਜ ਤੇ ਸਾਡੇ ਭਾਗੋ ਮਲਕ ਜੀ ਦੇ ਆਉਣਾ ਹੈ, ਅਤੇ ਤੁਸੀਂ ਬਾਹਰ ਨੂੰ ਤੁਰ ਪਏ ਹੋ। ਇਹ ਕੈਸਾ ਹੋ ਗਿਆ? ਅਹੈ ਅਮੰਤ ਨਾ ਕਰੋ ਆਹਾਰਾ। ਕਿ ਤੁਸਾਂ ਬ੍ਰਹਮ ਭੋਜ ਅੱਜ ਨਹੀਂ ਛਕਣਾ? ਸੁਣ ਕੇ ਸ਼੍ਰੀਮੁਖ ਬਚਨ ਉਚਾਰਾ। ਮਹਾਰਾਜ ਕਹਿਣ ਲੱਗੇ ਭਾਈ ਅਸੀਂ ਤੇ ਸਾਰਾ ਦਿਨ ਬਾਹਰ ਰਹਿੰਦੇ ਹਾਂ, ਸਾਨੂੰ ਕੀ ਪਤਾ ਤੁਹਾਡੇ ਸ਼ਹਿਰ 'ਚ ਕੀ ਹੁੰਦਾ ਕੀ ਨਹੀਂ ਹੁੰਦਾ। ਕੈਸਾ ਅਮੰਤ ਵਿਪਰ ਤੁਮਹਾਰੇ। ਪੰਡਤ ਜੀ ਤੁਹਾਡੇ ਕਿਹਦਾ ਸੁਨੇਹਾ ਆਏ, ਕੀ ਹੈ ਇਹ, ਕਿਹੋ ਜਿਹੇ ਤੁਸੀਂ ਕਹਿੰਦੇ ਹੋ ਵੀ ਕੀ ਗੱਲਬਾਤ ਹੈ ਭਾਈ? ਅਸੀਂ ਤਾਂ ਸਵੇਰੇ ਚਲੇ ਜਾਈਦਾ ਹੈ, ਸੰਧਿਆ ਦੇ ਵੇਲੇ ਆਈਦਾ ਹੈ, ਅਤੇ ਸਾਨੂੰ ਤਾਂ ਨਗਰ ਦੀ ਖਬਰ ਨਹੀਂ ਹੈ ਕੀ ਇੱਥੇ ਕਰਦੇ ਹੋ, ਕਾਹਦਾ, ਕਿਹਨੇ ਕੀਤਾ? ਨਿਜ ਬਿਰਤਾਂਤ ਬਤਾਓ ਵਿਚਾਰੇ। ਜਰਾ ਖੁੱਲ੍ਹ ਕੇ ਦੱਸੋ ਨਾ ਕੀ ਹੈ, ਕਿਹਨਾਂ ਦਾ ਭੰਡਾਰਾ ਹੈ, ਕਿਹਨਾਂ ਦਾ ਭੋਜ ਹੈ, ਅਤੇ ਕਿਹਦੇ ਵੱਲੋਂ ਅਤੇ ਕੀ ਹੈ। ਕਹਿ ਦਿਜ ਭਾਗੋ ਖੱਤਰੀ ਜੋ। ਉਹ ਲਾਗੀ ਕਹਿਣ ਲੱਗਾ ਤੁਹਾਨੂੰ ਨਹੀਂ ਪਤਾ, ਇਲਾਕੇ ਦਾ ਕਾਰਦਾਰ ਹੈ ਮਲਕ ਭਾਗੋ। ਮਲਕ ਦੇਖਦੇ ਸਾਨੂੰ ਇੱਕ ਸਰਨੇਮ ਹੈ, ਭਾਗੋ ਨਾਮ ਹੈ, ਅਤੇ ਮਲਕ ਪੂਰਾ ਨਾਮ ਭਾਗੋ ਮਲਿਕ ਸੀ, ਲੇਕਿਨ ਆਮ ਤੌਰ 'ਤੇ ਕਥਾ ਕਹਾਣੀ 'ਚ ਮਲਕ ਭਾਗੋ ਹੋ ਗਿਆ। ਮਲਿਕ ਇੱਕ ਸਰਨੇਮ ਹੈ।
ਕਹਿਣ ਲੱਗੇ ਜੋ ਭਾਗੋ ਹੈ ਨਾ ਉਹ ਖੱਤਰੀ ਨੇ, ਮਲਕ ਉਹਨਾਂ ਦਾ, ਤੇ ਉਹਨਾਂ ਨੇ ਚਤੁਰ ਵਰਣਨ ਨਿਉਤੇ ਸਭ ਕੋ। ਅੱਜ ਉਹਨਾਂ ਦੇ ਭੋਜ ਹੈ, ਉਹਨਾਂ ਨੇ ਬ੍ਰਹਮ ਭੋਜ ਕੀਤਾ, ਪੂਜਾ ਪਾਠ ਹੈ। ਤੇ ਭਾਈ ਸਾਰਿਆਂ ਨੂੰ ਆ ਨਗਰ ਦੇ ਵਿੱਚ ਜਿਤਨੇ ਵੀ ਹਿੰਦੂ ਸਨਾਤਨ ਮਤ ਨਾਲ ਜੁੜੇ ਹੋਏ ਲੋਕ ਨੇ, ਪੀਰ ਫਕੀਰ ਨੇ, ਸਾਰਿਆਂ ਦਾ ਭੋਜਨ ਪ੍ਰਸ਼ਾਦ ਜਿਹੜਾ ਨਾ ਉਹਨਾਂ ਦੇ ਘਰ ਹੈ। ਅੱਛਾ, ਬ੍ਰਹਮ ਭੋਜ ਤਿਨ ਕੀਨ ਵਿਸ਼ਾਲਾ, ਭਾਈ ਉਹਨਾਂ ਤੇ ਬ੍ਰਹਮ ਦੇ ਨਾਂ ਤੇ ਬੜਾ ਵੱਡਾ ਭੋਜ ਕੀਤਾ ਹੈ। ਆਜ ਜਾਹੇ ਨਰ ਸਭ ਤੇ ਸ਼ਾਲਾ, ਵੇਖੋ ਨਾ ਲੋਕ ਤੁਰੇ ਆਉਂਦੇ ਨੇ, ਬਾਹਰ ਦੇ ਡੇਰੇਦਾਰ ਵੀ, ਵੱਡੇ ਵੱਡੇ ਸਾਧੂ ਵੀ ਆ ਲਾਈਨਾਂ ਲਾ ਕੇ ਜੋ ਤੁਰੇ ਜਾਂਦੇ ਨੇ। ਅੱਜ ਉਹਦੇ ਘਰ ਮੇਲਾ ਹੈ, ਪਹਿਲਾਂ ਪੂਜਾ ਪਾਠ ਹੋਣਾ ਹੈ, ਉਸ ਤੋਂ ਬਾਅਦ 'ਚ ਬ੍ਰਹਮ ਭੋਜ ਹੋਣਾ। ਅਤੇ ਸਾਰੀ ਸੰਗਤ ਦੇ ਰੂਪ, ਜਿਵੇਂ ਆਪਾਂ ਦੇਖਦੇ ਕਿਤੇ ਵੱਡਾ ਸਮਾਗਮ ਹੁੰਦਾ ਹੈ ਅਤੇ ਹਰ ਗਲੀ ਦਾ ਰੁੱਖ ਖੁਦ ਹੋਇਆ ਹੁੰਦਾ ਹੈ ਕਿ ਲੱਗਿਆ ਲੋਕ ਤੁਰੇ ਜਾਂਦੇ ਨੇ, ਸਭ ਉੱਥੇ ਹੀ ਚੱਲੇ ਨੇ। ਕਹਿਓ ਗੁਰੂ ਹਮ ਕਿਨ ਕੇ ਮਾਹੀ, ਮਹਾਰਾਜ ਹੱਸ ਕੇ ਕਹਿਣ ਲੱਗੇ ਭਾਈ ਅਸੀਂ ਕਿਹਨਾਂ ਚੋਂ ਆ। ਤੁਸਾਂ ਉੱਥੇ ਚਾਰ ਵਰਣ ਦੇ ਲੋਕ ਜਾਣੇ ਨੇ, ਸਾਧ ਪੀਰ ਫਕੀਰ ਜਾਣੇ ਨੇ, ਉੱਥੇ ਵਰਣਾਸ਼ਰਮ ਦੇ ਲੋਕ ਜਾਣੇ, ਵੱਡੇ ਵੱਡੇ ਲੋਕ, ਪਰ ਅਸਾਂ ਕਿਹਨਾਂ ਚੋਂ, ਅਸੀਂ ਤੇ ਸਧਾਰਨ ਜਿਹੇ ਬੰਦੇ। ਹਮ ਕਿਨ ਕੇ ਮਾਹੀ, ਅਸੀਂ ਕੀ, ਅਸੀਂ ਤੇ ਹੈ ਦਰਵੇਸ਼ ਵਰਨ ਕੋ ਨਾਹੀ, ਭਾਈ ਅਸੀਂ ਤੇ ਰੱਬ ਦੇ ਬੰਦੇ, ਅਸੀਂ ਤੇ ਰੱਬ ਦੇ ਸੇਵਕ ਹਾਂ, ਦਰਵੇਸ਼ ਹਾਂ। ਨਾ ਸਾਡੀ ਕੋਈ ਜਾਤ ਹੈ, ਨਾ ਕੋਈ ਵਰਣ ਹੈ, ਨਾ ਕੋਈ ਪੀਰੀ ਹੈ, ਅਤੇ ਨਾ ਕੋਈ ਹਿਸਾਬ ਕਿਤਾਬ। ਅਸੀਂ ਕਿਹਨਾਂ ਚੋਂ ਹਾਂ, ਉਹਨਾਂ ਤੇ ਕਿਹਨਾਂ ਨੂੰ ਬੁਲਾਇਆ ਨਾ, ਜਿਨ੍ਹਾਂ ਦੇ ਕੋਈ ਨਾਮ ਨੇ ਉਹਨਾਂ ਨੂੰ ਸੱਦਿਆ। ਅਸੀਂ ਕਿਹਨਾਂ ਚੋਂ ਪਾਏ, ਅਸੀਂ ਤੇ ਕੁਛ ਵੀ ਨਹੀਂ, ਅਸੀਂ ਤੇ ਕੁਝ ਨਹੀਂ ਗਏ। ਸੁਣ ਸ਼ਰੁਣ ਸੋ ਵਿਪਰ ਸੋ ਵਿਗਸਿਓ ਬਚਨ ਅਲਾਏ, ਗੁਰੂ ਪਾਤਸ਼ਾਹ ਦਾ ਪਿਆਰਾ ਜਿਹਾ ਮਿੱਠਾ ਬੋਲ ਸੁਣ ਕੇ ਵੀ ਅਸੀਂ ਕਿਹਨਾਂ ਚੋਂ ਹਾਂ, ਵੀ ਅਸੀਂ ਕਿਸੇ ਵਰਨ ਵੰਡ 'ਤੇ ਆਉਂਦੇ ਹੀ ਨਹੀਂ, ਨਾ ਸਾਡਾ ਕੋਈ ਸੰਪਰਦਾ, ਨਾ ਕੋਈ ਵਰਨ ਵੰਡ। ਹੱਸ ਪਿਆ ਮਹਾਰਾਜ ਦੇ ਮੂੰਹ 'ਤੇ ਮਜ਼ਾਕ ਨਾ, ਕਿਵੇਂ ਨਹੀਂ ਲੋਕ ਤੁਹਾਨੂੰ ਨਾਮ ਕੁਰਾਹੀ ਤੋਹੇ ਕੋ, ਥੋੜ੍ਹਾ ਜਿਹਾ ਮਜ਼ਾਕੀਆ ਤੌਰ ਕੇ ਐਵੇਂ ਨਹੀਂ ਲੋਕ ਤੈਨੂੰ ਕੁਰਾਈਆ ਕਹਿੰਦੇ। ਇਨ ਬਾਤ ਤਨ ਬਨ ਆਏ, ਇਹੋ ਜਿਹੀਆਂ ਤੁਹਾਡੀਆਂ ਗੱਲਾਂ ਹੀ ਤੁਹਾਨੂੰ ਕੁਰਾਈਆ ਬਣਾ ਰਹੀਆਂ ਨੇ। ਇਹੋ ਜਿਹੀਆਂ ਅਟਪਟੀਆਂ ਗੱਲਾਂ ਕਰਦੇ ਹੋ, ਇਹਨਾਂ ਗੱਲਾਂ ਕਰਕੇ ਹੀ ਤੇ ਕੁਰਾਈਏ ਹੋ। ਛੋਰੀ ਲੋਕ ਰੀਤ ਜਗ ਮਾਹੀ, ਤੁਸਾਂ ਲੋਕਾਂ ਦੀ ਰੀਤ ਛੱਡ ਦਿੱਤੀ ਹੈ। ਜੋ ਲੋਕਾਚਾਰੀ ਹੁੰਦੀ ਹੈ, ਸਮਾਜਿਕ ਰੀਤੀਆਂ ਹੁੰਦੀਆਂ ਨੇ, ਤੁਸੀਂ ਛੱਡਤੀ ਤਾਂ। ਤੇ ਬਰਾਦਰੀ 'ਚ ਤੁਹਾਡੇ ਬਾਰੇ ਲੋਕ ਪਤਾ ਕੀ ਕਹਿੰਦੇ ਨੇ, ਆ ਲਾਲੋ ਦੇ ਘਰ ਖੱਤਰੀ ਟਿਕਿਆ ਕੁਰਾਈ ਆਏ, ਇਹ ਪਥ ਭ੍ਰਸ਼ਟ ਹੈ। ਭਇਓ ਨਾਮ ਇਉਂ ਤੋਹੇ ਕੁਰਾਹੀ, ਉਮਰ 'ਚ ਵੱਡਾ ਸੀ, ਗੁਰੂ ਨਾਨਕ ਨੂੰ ਤੂੰ ਕਰਕੇ ਬੁਲਾਉਂਦਾ ਹੈ ਕਿ ਲੱਗਾ ਇਸੇ ਕਰਕੇ ਤੇਰਾ ਨਾਮ ਕੁਰਾਈਆ ਪੈ ਗਿਆ ਹੈ। ਅਤੇ ਤੁਹਾਨੂੰ ਲੋਕ ਇਸੇ ਕਰਕੇ ਕਹਿੰਦੇ ਨੇ ਕਿਉਂਕਿ ਤੁਸੀਂ ਲੋਕ ਰੀਤ ਨਹੀਂ ਮੰਨ ਰਹੇ। ਬ੍ਰਹਮ ਭੋਜ ਮਹਿ ਜੇ ਨਏ ਆਵੇ, ਠੀਕ ਹੈ ਭਾਈ, ਉਹ ਤੁਹਾਡਾ ਆਪਣਾ ਮਤ ਮਤਾਂਤਰ, ਕੀ ਕਰਨਾ ਕੀ ਨਹੀਂ ਕਰਨਾ, ਮੇਰਾ ਉਹਨਾਂ ਬਹੁਤਾ ਨਹੀਂ। ਪਰ ਮੈਂ ਇਤਨਾ ਦੱਸ ਦਿਆਂ ਕਿ ਜੇ ਬ੍ਰਹਮ ਭੋਜ ਵਿੱਚ ਨਾ ਆਏ ਨਾ, ਮਲਕ ਕ੍ਰੋਧ ਹਿਰਦੇ ਉਪਜਾਏ, ਤੇ ਭਾਗੋ ਦੇ ਜੋ ਮਲਕ ਹੈ ਉਹਦੇ ਮਨ 'ਚ ਕ੍ਰੋਧ ਬੜਾ, ਗੁੱਸੇ ਵਾਲਾ ਬੜਾ ਬੰਦਾ। ਤੁਹਾਨੂੰ ਪਤਾ ਅਮੀਰ ਬੰਦਾ ਗੁੱਸੇ ਵਾਲਾ ਹੈ ਉਹ। ਨਗਰ ਵਿਖੇਤੇ ਦੇ ਨਿਕਸਾਈ, ਉਹਨੇ ਅੱਜ ਸਖਤੀ ਨਾਲ ਕਿਹਾ ਵੀ ਹਰ ਬੰਦਾ ਸਾਡੇ ਘਰ ਰੋਟੀ ਖਾਏਗਾ। ਅੱਜ ਕੋਈ ਆਪਣੇ ਘਰ ਰੋਟੀ ਨਹੀਂ ਪਕਾਏਗਾ, ਅੱਜ ਕਿਸੇ ਦੇ ਘਰ ਕੋਈ ਭੋਜ ਪ੍ਰਸ਼ਾਦਾ ਨਹੀਂ ਹੋਏਗਾ, ਸਭ ਸਾਡੇ ਘਰ ਰੋਟੀ ਖਾਣਗੇ। ਅਤੇ ਜੇ ਤੁਸੀਂ ਨਾਨਕ ਜੀ ਨਾ ਗਏ ਅਤੇ ਫਿਰ ਤੁਹਾਡਾ ਸਾਡੇ ਨਗਰ ਚੱਲਣਾ ਔਖਾ ਹੋ ਜਾਏਗਾ। ਇੱਕ ਤਾਂ ਉੱਪਰੇ ਬੰਦੇ ਹੋ, ਬਾਹਰੋਂ ਆਏ ਹੋ, ਬਾਹਰੋਂ ਆ ਕੇ ਫਿਰ ਤੁਸੀਂ ਲੋਕ ਰੀਤ ਵਿਗਾੜੀ ਹੈ। ਸ਼ੂਦਰ ਤੇ ਘਰ ਉੱਚ ਜਾਤੀ ਹੋ ਕੇ ਨੀਵਿਆਂ ਦੇ ਘਰ ਬੈਠੇ ਹੋ, ਫਿਰ ਤੁਸੀਂ ਨਾਲ ਬਿਠਾ ਕੇ ਖਵਾਉਂਦੇ ਹੋ ਵੀ ਦੂਜੀ ਜਾਤ ਦਾ ਬੰਦਾ, ਤੁਹਾਡਾ ਨਗਰ 'ਚ ਰਹਿਣਾ ਔਖਾ ਹੋ ਜਾਏਗਾ। ਤੁਮ ਜਾਣੋ ਮੈਂ ਕਿਹੋ ਸੁਣਾਈ, ਸਤਿਗੁਰੂ ਨੇ ਹੱਸ ਛੱਡਿਆ ਅਤੇ ਔਖਾ ਜਾ ਕੇ ਕਹਿਣ ਲੱਗਾ ਦੇਖ ਲਓ ਭਾਈ, ਹੁਣ ਮੈਂ ਕਹਿ ਦਿੱਤਾ, ਮੇਰਾ ਕੰਮ ਦੱਸਣਾ ਸੀ, ਮੈਂ ਦੱਸ ਦਿੱਤਾ। ਅੱਗੇ ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ, ਮਲਕ ਜਾਣੇ, ਮੈਂ ਕਹਿ ਦਿੱਤਾ। ਇਹ ਬਿਦ ਕਹਿ ਕਰ ਦਿਜ ਤਬ ਗਮਨਾ, ਇਹ ਗੱਲਾਂ ਬਾਤਾਂ ਕਰਕੇ ਉਹ ਬ੍ਰਹਮ ਲਾਗੀ ਅਤੇ ਆਪਣੇ ਰਾਹ ਪੈ ਗਿਆ। ਤੂਸ਼ਨ ਕਰੀ ਖਿਮਾ ਕੇ ਭਵਨਾ, ਮਹਾਰਾਜ ਵੀ ਚੁੱਪ ਕਰਕੇ ਬਾਹਰ ਨਹੀਂ ਗਏ। ਅੱਜ ਮਹਾਰਾਜ ਵਾਪਸ ਮੁੜ ਆਏ ਨੇ। ਬ੍ਰਹਮ ਭੋਜ ਤਿਨ ਅਦਕ ਬਨਾਵਾ, ਹੁਣ ਉੱਧਰ ਬ੍ਰਹਮ ਭੋਜ ਬਣਿਆ ਹੋਇਆ ਸੀ ਕਿਉਂਕਿ ਮਹਾਰਾਜ ਨੂੰ ਪਤਾ ਸੀ ਉਹਨਾਂ ਸਮੇਂ ਦੇ ਕੌਤਕਾਂ ਦਾ। ਜਦੋਂ ਇਹੋ ਜਿਹਾ ਕੋਈ ਬੰਦਾ ਬੋਲ ਕੋਲ ਜਾਏ ਅਤੇ ਫਿਰ ਛੱਡ ਕੇ ਚਲੇ ਜਾਣਾ ਉਚਿਤ ਨਹੀਂ ਨਾ, ਕਿਉਂਕਿ ਬਾਅਦ ਵਿੱਚ ਬੰਦਾ ਆ ਕੇ ਭਾਈ ਲਾਲੂ ਦੇ ਘਰ ਕੋਈ ਬੰਦਾ ਭਲਾ ਬੋਲੇ। ਅੱਜ ਮਹਾਰਾਜ ਫਿਰ ਗਏ ਨੇ, ਉੱਥੇ ਹੀ ਨੇ। ਊਚ ਨੀਚ ਸਭ ਸਦਨ ਅਲਾਵਾ,
ਭਈ ਊਚ ਨੀਚ ਛੋਟੇ ਵੱਡੇ ਸਭ ਆਏ ਨੇ। ਕਰਿਓ ਜਾਏ ਕਰ ਖਾਨ ਆਹਾਰਾ, ਹਰ ਇੱਕ ਨੇ ਪੰਗਤਾਂ ਲੱਗੀਆਂ ਆਪਣੇ ਆਪਣੇ ਸਮੇਂ ਮੁਤਾਬਕ। ਅਮੀਰ ਗਰੀਬ ਬੰਦਾ ਸਭ ਉੱਤੇ ਭੋਜਨ ਛਕ ਰਿਹਾ। ਅਨਕ ਭਾਂਤ ਕਰੋ ਜੋ ਸਵਾਰਾ, ਤੇ ਉਹਨੇ ਵੀ ਖੁੱਲ੍ਹੇ ਭੰਡਾਰ ਵਰਤਾਏ ਨੇ। ਤ੍ਰਿਪਤ ਹੋਏ ਬਹੁਤ ਸੁਜਸ ਬਖਾਨੇ, ਸਾਰੇ ਰੱਜ ਰੱਜ ਕੇ ਖਾ ਰਹੇ ਨੇ ਤੇ ਮਲਕ ਭਾਗੋ ਦੀ ਜੈਕਾਰ ਹੋ ਰਹੀ ਹੈ। ਪੁੰਨ ਦਾਨ ਤਾਂ ਕੋ ਅਤ ਮਾਨੈ, ਔਰ ਸਾਰੇ ਕਹਿੰਦੇ ਵਾਹ ਵੀ ਵਾਹ, ਮਲਕ ਭਾਗੋ ਨੇ ਬੜਾ ਵੱਡਾ ਪੁੰਨ ਖੱਟਿਆ, ਬੜਾ ਵੱਡਾ ਧਰਮੀ ਬੰਦਾ, ਇੰਨਾ ਵੱਡਾ ਬ੍ਰਹਮ ਭੋਜ ਕੀਤਾ। ਝੂਠੇ ਲਖੇ ਨਾ ਇਹ ਪਰਪੰਚੀ, ਪਰ ਲੋਕਾਂ ਨੂੰ ਕੀ ਪਤਾ ਵੀ ਤੇ ਪ੍ਰਪੰਚੀ ਬੰਦਾ ਹੈ, ਇਹ ਤੇ ਧਰਮ ਦੇ ਨਾਂ 'ਤੇ ਵੀ ਠੱਗੀਆਂ ਮਾਰਨ ਵਾਲਾ ਬੰਦਾ ਹੈ। ਆਮ ਜਨਤਾ ਨੂੰ, ਆਮ ਲੋਕਾਂ ਨੂੰ ਜਿਵੇਂ ਸਾਨੂੰ ਕੀ ਪਤਾ ਹੁੰਦਾ ਵੀ ਕੌਣ ਕੀ ਕਰਦਾ ਹੈ। ਆ ਬਹੁਤ ਵਾਰ ਵੇਖੀ ਤਾਂ ਲੋਕਾਂ ਨੇ ਬਾਹਰ ਬੜੇ ਵੱਡੇ ਇੰਤਜ਼ਾਮਾਤ ਕੀਤੇ ਨੇ, ਪਰ ਵੀ ਸਾਨੂੰ ਤੁਹਾਨੂੰ ਆਮ ਜੀ ਨੂੰ ਕੀ ਪਤਾ ਵੀ ਉਹ ਕਮਾਈ ਕੀ ਕਰਦਾ, ਠੱਗੀਆਂ ਮਾਰਦਾ ਕਿ ਕੀ ਕਰਦਾ। ਅਸੀਂ ਤਾਂ ਇਹ ਦੇਖਦੇ ਵੀ ਹਾਂ ਵੀ ਪੰਗਤਾਂ ਬੜੀਆਂ ਲੱਗੀਆਂ ਨੇ, 100 ਬੰਦਾ ਬੈਠਾ ਖਾ ਰਹੇ ਤੇ ਅਸੀਂ ਬਹਿ ਜਾਂਦੇ ਹਾਂ। ਆਮ ਬੰਦਾ ਤਾਂ ਇਸੇ ਤਰ੍ਹਾਂ ਵਰਤਦਾ ਹੈ ਨਾ। ਪਰ ਗੁਰੂ ਨਾਨਕ ਨੇ ਜਿਨ੍ਹਾਂ ਨੂੰ 100 ਦੇ ਵਿੱਚੋਂ ਨਜ਼ਰ ਆਉਂਦਾ ਵੀ ਕੌਣ ਕਿੱਥੇ ਹੈ, ਜਿਨ ਬੜ ਅਗ ਕਰ ਮਾਇਆ ਸੰਚੀ, ਗੁਰੂ ਨਾਨਕ ਨੂੰ ਪਤਾ ਹੈ ਕਿ ਜੋ ਬ੍ਰਹਮ ਭੋਜ ਹੈ, ਇਹ ਤੇ ਪਤਾ ਨਹੀਂ ਕਿਤਨੇ ਜੀਆਂ ਦਾ ਖੂਨ ਚੂਸਿਆ ਹੋਇਆ ਤੇ ਤਾਂ ਕਿਤੇ ਇਕੱਠਾ ਕੀਤਾ। ਤੇ ਗ੍ਰਹਿ ਨਹੀਂ ਸ਼੍ਰੀ ਗੁਰੂ ਗਏ, ਦਿਨ ਬਿਤਾਏ ਉਜਾਨ। ਇੰਜ ਸਾਰਾ ਦਿਨ ਮਹਾਰਾਜ ਨੇ ਅੱਜ ਬਤੀਤ ਕੀਤਾ, ਗਏ ਨਹੀਂ, ਨਾ ਉਹਦੇ ਘਰ ਗਏ ਨੇ ਤੇ ਨਾ ਬਾਹਰ ਗਏ ਨੇ। ਲਾਲੋ ਆਲੇ ਆਨ ਕੇ ਰਾਜਤ ਮਾਇਆ ਨਿਧਾਨ, ਲਾਲੋ ਦੇ ਘਰ ਵਿੱਚ ਹੀ ਨੇ, ਮਾਇਆ ਨਿਧਾਨ ਕੀ ਕਿਰਪਾ ਦੇ ਦਾਤੇ ਸਤਿਗੁਰੂ ਨਾਨਕ ਜੀ ਲਾਲੋ ਦੇ ਘਰ ਹੀ ਨੇ। ਕਿਉਂਕਿ ਪਾਤਸ਼ਾਹ ਨੂੰ ਪਤਾ ਸੀ ਵੀ ਉਹ ਬੰਦਾ ਥੋੜ੍ਹਾ ਜਿਹਾ ਕੱਬਾ ਜਿਹਾ ਬੋਲ ਕੇ ਗਿਆ ਹੈ, ਅਤੇ ਇਹ ਵੀ ਪਤਾ ਸੀ ਬੰਦਿਆਂ ਦੇ ਸੁਭਾਅ ਦੇ ਬਾਰੇ ਪਤਾ ਹੀ ਹੁੰਦਾ ਕਿ ਚਾਪਲੂਸ ਬੰਦੇ ਹੁੰਦੇ, ਖਾਸ ਕਰਕੇ ਉੱਤੋਂ ਧਰਮੀ ਲਿਬਾਸ ਅਤੇ ਧਰਮੀ ਕਹਿਣ ਵਾਲੇ ਬੰਦੇ ਅੰਦਰੋਂ ਬਹੁਤ ਖਤਰਨਾਕ ਬਿਰਤੀ ਦੇ ਲੋਕ ਹੁੰਦੇ ਨੇ। ਪਾਤਸ਼ਾਹ ਜਾਣਦੇ ਸੀ ਕਿ ਬਾਹਰੋਂ ਤੇ ਧਰਮੀ ਜਿਹਾ ਹੈ, ਪਰ ਚਾਪਲੂਸ ਹੈ, ਇਹ ਕੁਝ ਨਾ ਕੁਝ ਵੱਧ ਘੱਟ ਕਰੇਗਾ। ਤਪਾ ਨਾ ਆਇਓ ਦਿਜਤੇ ਹੈ ਜਾਨੀ, ਉਹ ਲਾਗੀ ਦੇਖਦਾ ਰਿਹਾ ਵੀ ਬਸ ਸਾਰੇ ਬੰਦੇ ਖਾ ਗਏ, ਸਾਰੇ ਰੋਟੀ ਪਾਣੀ ਖਾ ਰਹੇ ਨੇ, ਪਰ ਨਾਨਕ ਤਪਾ ਨਹੀਂ ਆਇਆ। ਉਹ ਉਚੇਚਾ ਨਿਗਾਹ ਰੱਖਦਾ ਵੀ ਕਿਤੇ ਬਾਤ ਆ ਹੀ ਗਏ ਹੁਣ। ਉਹਨੇ ਚੰਗੀ ਗੌਰ ਨਾਲ ਦੇਖਿਆ ਵੀ ਇਹ ਸਵੇਰ ਤੋਂ ਲੈ ਕੇ ਦੁਪਹਿਰ ਹੋ ਗਈ ਹੈ, ਨਾਨਕ ਨਹੀਂ ਆਏ। ਦੁਪਹਿਰ ਤੋਂ ਤੀਜੇ ਪਹਿਰ ਸਾਰਾ ਖੁੱਲ੍ਹਾ ਪੰਗਤਾਂ ਲੱਗੀਆਂ ਨੇ, ਸਭ ਪਰਖਾਂ ਕੀਤੀ ਵੀ ਨਹੀਂ ਆਇਆ। ਜਦੋਂ ਚੰਗੀ ਤਰ੍ਹਾਂ ਨੇ ਪਰਖ ਲਿਆ ਨਾ ਵੀ ਨਹੀਂ ਆਏ, ਦੂਤੀ ਭਾਗੋ ਨਿਕਟ ਬਖਾਨੀ, ਜਦੋਂ ਅੱਧਿਓਂ ਜ਼ਿਆਦਾ ਦੁਨੀਆ ਖਾ ਪੀ ਕੇ ਉੱਠ ਗਈ ਨਾ, ਉਹਨੇ ਜਾ ਕੇ ਚੁਗਲੀ ਲਾਤੀ। ਮਲਕ ਭਾਗੋ ਸਾਹਿਬ ਦੇਖੋ ਕੁਰਾਈ ਤਪਾ ਨਾਨਕ ਨਹੀਂ ਆਇਆ, ਬਾਕੀ ਸਾਰੇ ਆ ਗਏ। ਕਰ ਤੋਹਤੇ ਆਸੂਈਆ ਆਗੇ, ਆਸੂਈਆ ਕਹਿੰਦੇ ਨੇ ਚੁਗਲੀ, ਜਾ ਕੇ ਮਲਕ ਭਾਗੋ ਦੇ ਕੋਲ ਚੁਗਲੀ ਕਰਤੀ। ਜਾਂ ਤੇ ਦੁਸ਼ਟੀ ਸੋ ਅਨੁਰਾਗੇ, ਲੋਕ ਤੇ ਪਹਿਲਾਂ ਹੀ ਗੁਰੂ ਨਾਨਕ ਪਾਤਸ਼ਾਹ ਸਭ ਤੋਂ ਖਿਜੇ ਜੇ ਸਨ, ਔਰ ਇਹੋ ਜਿਹੇ ਲੋਕ ਜਿਹੜੇ ਆਪਣੇ ਆਪ ਨੂੰ ਧਰਮੀ ਕਹਿਣਵਾਨ ਦਾ ਵਡੰਬਰ ਰਚਦੇ ਸਨ, ਉਹ ਤੇ ਗੁਰੂ ਨਾਨਕ ਦੇ ਸੱਚ ਤੋਂ, ਗੁਰੂ ਨਾਨਕ ਦੇ ਪਿਆਰ ਤੋਂ, ਸਿੱਧੀਆਂ ਖਰੀਆਂ ਗੱਲਾਂ ਤੋਂ ਕਲਪਦੇ ਸਨ। ਅੰਦਰ ਤੇ ਵੈਸੇ ਭਾਂਬੜ ਜੀ ਮੱਚੀ ਸੀ, ਪਰ ਮੌਕਾ ਨਹੀਂ ਸੀ ਲੱਗਦਾ। ਅੱਜ ਮੌਕਾ ਲੱਗਾ। ਦੇਖੋ ਮਲਕ ਨਾ ਤੁਮਰੇ ਆਇਓ, ਕਹਿਣ ਲੱਗੇ ਦੇਖੋ ਮਲਕ ਸਾਹਿਬ, ਨਾਨਕ ਤਪੇ ਨੂੰ ਮੈਂ ਉਚੇਚਾ ਮੈਂ ਕਿਹਾ, ਉਹ ਤਾਂ ਵੀ ਨਹੀਂ ਆਇਆ। ਖੱਤਰੀ ਨਾਨਕ ਤਪਾ ਕਹਾਇਓ, ਆਪਣੇ ਆਪ 'ਚ ਖੱਤਰੀ ਹੈ, ਤਪਾ ਕਹਿਲਵਾਉਂਦਾ ਹੈ, ਤੇ ਆਪਣੇ ਬ੍ਰਹਮ ਭੋਜ ਵਿੱਚ ਨਹੀਂ ਜੇ ਆਇਆ। ਤੁਮ ਤੇ ਅਧਿਕ ਆਪ ਕੋ ਜਾਣਾ, ਦੇਖੋ ਜੀ ਤੁਹਾਡੇ ਤੋਂ ਵੀ ਵੱਡਾ ਸਮਝਦਾ ਆਪਣੇ ਆਪ ਨੂੰ, ਕਿਉਂਕਿ ਗੱਲ ਵਧਾ ਕੇ ਕਰਨ ਦਾ ਤਰੀਕਾ ਲੋਕਾਂ ਦਾ ਇਹ ਹੈ। ਦੇਖੋ ਜੀ ਬੜਾ ਵੱਡਾ ਮਾਣ ਹੈ, ਬੜਾ ਗੰਘਾਰੀ ਹੈ, ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝ ਕੇ ਬੈਠੇ ਨੇ, ਜਿਹੜੇ ਸੱਦਣ 'ਤੇ ਵੀ ਨਹੀਂ ਆਏ। ਅਚਿਓ ਆਹਾਰ ਨ ਤੁਮ ਕਰੇ ਆਨਾ, ਨਾ ਇੱਥੇ ਆਏ ਨੇ, ਨਾ ਇੱਥੇ ਪ੍ਰਸ਼ਾਦਾ ਬ੍ਰਹਮ ਭੋਜ ਛਕਿਆ ਏ, ਆਪਣੇ ਆਪ ਨੂੰ ਪਤਾ ਨਹੀਂ ਕੀ ਮੰਨ ਕੇ ਬੈਠੇ ਨੇ। ਆਖ ਤਰਹਿਨੇ ਆਨਤ ਕਾਹੂ, ਉਹ ਤੇ ਹੰਕਾਰ ਹੀ ਇੰਨਾ ਏ ਕਿ ਕਿਸੇ ਬੰਦੇ ਨੂੰ ਅੱਖ ਥੱਲੇ ਲੈ ਕੇ ਨਹੀਂ ਆਉਂਦੇ। ਤਜੀ ਰੀਤ ਪੱਗ ਧਰਤ ਕੁਰਾਹੂ, ਲੋਕਾਚਾਰੀ ਸਾਰੀ ਰੀਤ ਤਿਆਗੀ, ਧਰਮ ਦੀ ਮਰਿਆਦਾ ਛੱਡਤੀ ਉਹਨੇ। ਜੋ ਗੱਲਾਂ ਕਰਦੇ ਨੇ ਧਰਮ ਮਰਿਆਦਾ ਦੇ ਖਿਲਾਫ ਕਰਦੇ ਨੇ, ਧਰਮ ਮਰਿਆਦਾ ਛੱਡਤੀ ਹੈ ਤੇ ਕੁਰਾਏ ਪੈ ਗਏ ਨੇ, ਲੋਕਾਂ ਨੂੰ ਕੁਰਾਏ ਪਾ ਰਹੇ ਹੈ। ਸ਼ੂਦਰ ਕੇ ਘਰ ਭੋਜਨ ਕਰਹੀ, ਤੇ ਸਾਰਾ ਦਿਨ ਸ਼ੂਦਰ ਦੇ ਘਰ ਬੈਠੇ ਰਹਿਣਾ, ਉਹਦੇ ਘਰ ਰੋਟੀ ਖਾਣੀ। ਆਵਾ ਇਹਾਂ
ਨਾ ਉਰ ਮਹਿ ਡਰ ਹੀ। ਤੇ ਆਪਣੇ 'ਚ ਬੇਖੌਫ ਤੇ ਨਿਡਰ ਇਤਨਾ ਕਿ ਦੇਖੋ ਤੁਹਾਡੇ ਸਨੇਹ ਤੇ ਵੀ ਤੁਹਾਡੇ ਬ੍ਰਹਮ ਭੋਜ ਵਿੱਚ ਬ੍ਰਹਮ ਭੋਜ ਛਕਣ ਨਹੀਂ ਆਇਆ। ਸੁਨ ਭਾਗੋ ਪੁਨ ਬੂਝਹੀ ਦਇਓ ਅਮੰਤ ਕੇ ਨਾਹੀ। ਮਲਕ ਭਾਗੋ ਨੇ ਪੁੱਛਿਆ ਵੀ ਨਹੀਂ ਆਏ ਤੇ ਕੀ ਐਸਾ ਤਾਂ ਨਹੀਂ ਕਿ ਸੁਨੇਹਾ ਨਾ ਮਿਲਿਆ ਹੋਵੇ। ਕਹਿਣ ਕਿ ਕਿਸੇ ਸੁਨੇਹਾ ਦਿੱਤਾ ਉਹਨੂੰ। ਕਹੇ ਦਿਜ ਕੀਨ ਤਾਕੀਦ ਮੈਂ ਬਹੁਤ ਬਾਰ ਬਚ ਪ੍ਰਾਹੇ। ਇਹੀ ਤੇ ਭਾਲਦਾ ਸੀ ਪੰਡਤ। ਕਹਿੰਦਾ ਜੀ ਮੈਂ ਖੁਦ ਕਹਿ ਕੇ ਆਇਆ, ਔਰ ਮੈਂ ਇੱਕ ਵਾਰੀ ਨਹੀਂ ਕਈ ਵਾਰ ਕਹਿ ਕੇ ਆਇਆ। ਸੁਨਤ ਮਲਕ ਮਨ ਕ੍ਰੋਧ ਹੈ ਆਇਓ। ਇਹ ਸੁਣ ਕੇ ਕਿ ਸਾਡਾ ਲਾਗੀ ਕਹਿ ਕੇ ਆਇਆ ਹੋਵੇ, ਉਚੇਚਾ ਕਹਿਣ ਗਿਆ ਤੇ ਫਿਰ ਵੀ ਸਾਡੇ ਬ੍ਰਹਮ ਭੋਜ ਨਹੀਂ ਆਇਆ। ਭਾਗੋ ਨੂੰ ਗੁੱਸਾ ਆ ਗਿਆ। ਮਨੋ ਸਿੰਘ ਪਰ ਮਸ਼ਕ ਰਿਸਾਇਓ। ਗੁੱਸਾ ਇੱਦਾਂ ਕਿ ਜਿਵੇਂ ਸ਼ੇਰ ਤੇ ਇੱਕ ਮੱਛਰ ਗੁੱਸਾ ਕਰੇ ਕਿ ਮੈਂ ਮਾਰ ਦਿਉ ਅੱਜ। ਹੁਣ ਗੁਰੂ ਨਾਨਕ ਸਾਹਿਬ ਜੀ ਸਿੰਘ ਸਰੂਪ ਨੇ ਤੇ ਮਲਕ ਭਾਗੋ ਨੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਕੀ ਚੀਜ਼ ਹੈ? ਮੱਛਰ ਨਹੀਂ ਹੈ। ਪਰ ਮੱਛਰ ਗੁੱਸਾ ਕਰਦਾ ਕਿ ਨਹੀਂ ਅੱਜ ਮੈਂ ਸ਼ੇਰ ਦੇ ਕੰਨ ਖਿੱਚਣੇ ਆ। ਜਾਵੋ ਦਿਜ ਤੇ ਆਨ ਬੁਲਾਈ। ਕਹਿਣ ਲੱਗੇ ਜਾਓ ਸੱਦ ਕੇ ਲੈ ਕੇ ਆਓ। ਦੇਖ ਲੈ ਤਿੰਨ ਕੀ ਮਨਸ਼ਾਈ। ਦੇਖਦੇ ਕਿੰਨਾ ਕੋ ਵੱਡਾ ਬੰਦਾ ਪਈ। ਜੋ ਸੱਦ ਕੇ ਲਿਆਓ। ਕੇਤਕ ਜੋਰ ਐਠ ਸੋ ਕਰਹੀ। ਕਿੰਨਾ ਕੁ ਜ਼ੋਰ ਹੈ, ਕਿੰਨੀ ਕੁ ਐਠ ਹੈ, ਕਿੰਨੀ ਕੁ ਆਕੜ ਹੈ, ਅੱਜ ਦੇਖਦੇ ਆ। ਆਵਾ ਖਾਨ ਨਾ ਉਰ ਮੈਂ ਡਰਹੀ। ਕਿਉਂਕਿ ਸਾਡੇ ਘਰ ਰੋਟੀ ਨਹੀਂ ਖਾਧੀ, ਸਾਡੇ ਬ੍ਰਹਮ ਭੋਜ ਚੋਂ ਲੰਗਰ ਨੂੰ ਰੋਟੀ ਨਹੀਂ ਖਾਧੀ। ਹੰਕਾਰ ਦਾ ਪ੍ਰਤੀਕ ਹੈ। ਉਹਨੇ ਆਪਣੇ ਦਿਲ ਤੇ ਲੈ ਪਈ ਨਹੀਂ ਅੱਜ ਫੜ ਕੇ ਲੈ ਕੇ ਆਓ। ਸੁਨ ਦਜ ਹਰਖਤ ਤੂਰ ਨ ਗਵਨਾ। ਇਹ ਲਾਗੀ ਤੇ ਖੁਸ਼ ਹੋ ਗਿਆ ਬਾਹਮਣ ਤੇ ਛਾਲਾਂ ਮਾਰਦਾ ਗਿਆ। ਹੋ ਤੋ ਜਹਾਂ ਲਾਲੋ ਕੋ ਭਵਨਾ। ਤੇ ਜਾਂਦਾ ਹੀ ਭਾਈ ਲਾਲੋ ਦੇ ਘਰ। ਕਹਿ ਲਾਲੋ ਬੈ ਸਿੱਕੇ ਹੈ ਅੰਤਰ। ਬਾਹਰ ਉੱਚੀ ਹੀ ਲਾਲੋ ਦਾ ਨਾਂ ਲੈ ਲੈ ਕੇ ਆਵਾਜ਼ਾਂ ਮਾਰਨ ਲੱਗ ਪਿਆ। ਲਾਲੋ ਨਾਨਕ ਤਪਾ ਇਹਾਂ ਹੀ। ਵੀ ਲਾਲੋ ਨਾਨਕ ਤਪਾ ਘਰੇ ਹੀ ਹੈ। ਕਿਉਂਕਿ ਪਤਾ ਸੀ ਵੀ ਦੁਪਹਿਰੇ ਘਰ ਨਹੀਂ ਹੁੰਦੇ। ਅੱਜ ਗੁਰੂ ਨਾਨਕ ਕਿਸੇ ਘਰ ਗਏ ਨਹੀਂ ਸਨ। ਪਤਾ ਸੀ ਵੀ ਇਹਨੇ ਕੁਝ ਨਾ ਕੁਝ ਕਲੇਸ਼ ਪਾਉਣਾ ਹੀ ਹੈ। ਇਹਨੇ ਬਾਹਰ ਜਾ ਕੇ ਰੌਲਾ ਪਾਇਆ, ਲਾਲੋ ਲਾਲੋ ਕੀ ਨਾਨਕ ਇੱਥੇ ਹੀ ਹੈ? ਕਹਿ ਲਾਲੋ ਬੈਸੇ ਹੈ ਅੰਤਰ। ਲਾਲੋ ਕਹਿਣ ਲੱਗਾ ਹਾਂ ਅੱਜ ਮਹਾਰਾਜ ਘਰੇ ਹੀ ਨਹੀਂ। ਕਹੋ ਕਾਜ ਕੌਣ ਤੋ ਆਹੋ ਨਿਰੰਤਰ। ਬਈ ਕਿਹੜਾ ਕੰਮ ਹੈ? ਤਾਂ ਅੰਦਰ ਆ ਜਾਓ ਪੰਡਤ ਜੀ, ਜੋ ਕੋਈ ਗੱਲਬਾਤ ਕਰਨੀ ਤੇ ਅੰਦਰ ਆ ਜਾਓ। ਕਹਿ ਦਿਜ ਪਠੋ ਵਹਿਰ ਕੋ ਸ਼੍ਰੀ ਗੁਰੂ ਆਪੇ ਆਏ। ਜਦੋਂ ਬਾਹਰ ਉੱਚਾ ਬੋਲਿਆ ਵੀ ਨਾਨਕ ਨੂੰ ਬਾਹਰ ਭੇਜ, ਗੱਲ ਕਰਨੀ ਹੈ। ਤੇ ਗੁਰੂ ਨਾਨਕ ਪਾਤਸ਼ਾਹ ਸਭ ਜੀ ਉੱਠ ਕੇ ਆਪੇ ਬਾਹਰ ਆ ਗਏ। ਕਹੋ ਪਾਂਧਾ ਤੁਮ ਕਹਿਤ ਹੋ ਕਾਰਜ ਦੇਹੁ ਸੁਨਾਏ। ਸਤਿਗੁਰ ਕਹਿਣ ਲੱਗੇ ਪਾਂਧਾ ਜੀ ਕੀ ਗੱਲ ਹੈ? ਕੋਈ ਖਾਸ ਕੰਮ ਹੈ ਜੋ ਇੰਨੀ ਕਾਹਲੀ ਕਾਹਲੀ ਸਾਹ ਚੜਿਆ ਜੋ ਉੱਚੀ ਉੱਚੀ ਆਇਓ? ਅੱਗੋਂ ਕਹਿੰਦਾ ਚਲੀਏ ਤੂਰਨ ਮਲਕ ਬੁਲਾਵੈ। ਕਹਿ ਲੱਗੇ ਛੇਤੀ ਕਰੋ, ਇੱਥੋਂ ਚਲੋ, ਤੁਹਾਨੂੰ ਮਲਕ ਭਾਗੋ ਨੇ ਸੱਦਿਆ। ਨਤ ਮਾਨਵ ਕੋ ਅਵਰ ਪਠਾਵੈ। ਮੇਰੇ ਨਾਲ ਨਾ ਗਏ ਤੇ ਫੜ ਕੇ ਲੈ ਜਾਵਾਂਗੇ, ਚਲੋ ਜ਼ਰੂਰ। ਬੋਲੇ ਸ਼੍ਰੀ ਗੁਰ ਸਭ ਸੁਖ ਧਾਮਾ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਮਲਕ ਸੰਗ ਕਿਆ ਹਮਰੋ ਕਾਮਾ। ਬਈ ਮਲਕ ਭਾਗੋ ਦੇ ਨਾਲ ਸਾਡਾ ਕੀ ਕੰਮ ਹੈ? ਕੋਈ ਜਾਣ ਪਹਿਚਾਣ ਨਹੀਂ, ਕਦੇ ਮਿਲੇ ਨਹੀਂ, ਕੋਈ ਖੁਸ਼ੀ ਨਹੀਂ, ਕੋਈ ਦੁਸ਼ਮਣੀ ਨਹੀਂ, ਕੋਈ ਰਿਸ਼ਤੇਦਾਰੀ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਦੱਸ ਵੀ ਮੇਰਾ ਉਹਨਾਂ ਨਾਲ ਕੀ ਕੰਮ ਹੈ? ਮੈਨੂੰ ਕਿਉਂ ਸਾਦਾ ਪਿਆ? ਕੌਣ ਮਲਕ ਹੋਂ ਜਾਣਤ ਨਾਹੀ। ਵੀ ਤੁਹਾਡਾ ਮਲਕ ਕੌਣ ਹੈ, ਕਿੱਡਾ ਵੱਡਾ ਕਾਰਦਾਰ ਹੈ, ਮੈਨੂੰ ਤੇ ਪਤਾ ਨਹੀਂ। ਅਸੀਂ ਤਾਂ ਕਦੇ ਮਿਲੇ ਹੀ ਨਹੀਂ, ਜਾਣਦੇ ਹੀ ਨਹੀਂ ਉਹਨੂੰ। ਨਹਿ ਮਿਲ ਬਿਲੋਕਿਓ ਕਹਾਂ ਬਸਾਹੀ। ਮੈਂ ਤੇ ਭਾਈ ਉਹਦਾ ਰੂਪ ਰੰਗ ਵੀ ਨਹੀਂ ਵੇਖਿਆ, ਘਰ ਵੀ ਨਹੀਂ ਵੇਖਿਆ, ਕਿੱਥੇ ਰਹਿੰਦਾ। ਲੈਣ ਦੇਣ ਕੋ ਕਾਜ ਨ ਕੋ। ਸਾਡਾ ਕੋਈ ਲੈਣ ਦੇਣ ਵੀ ਨਹੀਂ ਉਹਦੇ ਨਾਲ। ਕਿਉਂ ਆਇਸ ਕਰ ਭੇਜਤ ਸੋ। ਬਾਰ ਬਾਰ ਤੈਨੂੰ ਕਿਉਂ ਕਹਿੰਦਾ ਤੇ ਤੂੰ ਕਿਉਂ ਕਹਿੰਦਾ ਪਿਆ? ਵੀ ਸਾਡਾ ਕੀ ਵਿੱਚ ਮਤਲਬ ਹੈ? ਹਟ ਦੂਜੀ ਦੂਤੀ ਦਿਜ ਕੀਨੀ। ਜੇ ਬ੍ਰਾਹਮਣ ਚੁੱਪ ਕਰਕੇ ਆ ਗਿਆ, ਆ ਕੇ ਹੁਣ ਫਿਰ ਚੁਗਲੀ ਵਧਾ ਘਟਾ ਕੇ ਕੀਤੀ। ਕਹਿਣ ਲੱਗਾ ਭੇਵ ਨ ਸਮਝ ਆਏ ਜੇ ਮਤ ਹੀਨੀ। ਹੁਣ ਉਹ ਗੁਰੂ ਨਾਨਕ ਨੂੰ ਤੇ ਸਮਝਦਾ ਨਹੀਂ ਕਿਉਂਕਿ ਮਤ ਛੋਟੀ ਹੈ। ਪਰ ਇਹਨੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਦੀ ਚੁਗਲੀ ਬੜੀ ਤਕੜੀ ਕੀਤੀ। ਸੁਨ ਮਲਕ ਜੋ ਆਏ ਸੋ ਤੋਰੀ। ਕਹਿਣ ਲੱਗਾ ਮਲਕ ਭਾਗੋ ਸਾਹਿਬ ਉਹਨਾਂ ਤੁਹਾਡੀ ਅਵਗਿਆ ਕੀਤੀ ਹੈ, ਤੁਹਾਡੀ ਉਲੰਘਣਾ ਕੀਤੀ ਹੈ। ਹਿਰਦੇ ਨ ਆਨਤ ਦੀਨ ਬਹੋਰੀ। ਕੋਈ ਦੀਨ ਧਰਮ ਉਹਦਾ ਹੈ ਹੀ ਨਹੀਂ, ਕਿਸੇ ਗੱਲ ਨੂੰ ਮੰਨਦੇ ਸੁਣਦੇ ਹੀ ਨਹੀਂ।
ਤੁਹਾਡੇ ਨਾਂ ਤੇ ਕਹਿਣ ਦੇ ਬਾਵਜੂਦ ਵੀ ਦੇਖੋ ਨਹੀਂ ਆਏ। ਕਹੈ ਨਾ ਜਾਣੋ ਮੈਂ ਕੋ ਹੈ ਕਹਾਂ ਬਸਾਏ। ਸਗੋਂ ਉਲਟਾ ਕਹਿੰਦਾ ਮੈਂ ਨਹੀਂ ਜਾਣਦਾ ਕਿਸੇ ਮਲਕ ਨੂੰ। ਗੁਰੂ ਨਾਨਕ ਨੇ ਕਿਸੇ ਹੋਰ ਟੋਨ 'ਚ ਕਿਹਾ, ਉਹੀ ਗੱਲ ਕਿਸੇ ਹੋਰ ਟੋਨ 'ਚ ਉਹਨੇ ਕੀ। ਯਾਦ ਰੱਖਣਾ ਸੀ ਗੱਲਾਂ ਤਾਂ ਉਹੀ ਕਰਦੇ ਆ, ਪਰ ਕਹਿਣ ਦਾ ਅੰਦਾਜ਼ ਜਿਹੜਾ ਆਪਾਂ ਲਹਿਜਾ ਕਹਿੰਦੇ ਟੋਨ ਕਹਿੰਦੇ ਆ, ਉਹੀ ਅਰਥਾਂ ਨੂੰ ਬਦਲ ਦਿੰਦੀ ਹੈ। ਗੁਰੂ ਨਾਨਕ ਨੇ ਸੁਭਾਅ ਕਿਹਾ ਵੀ ਸਾਡਾ ਕੀ ਲੈਣ ਦੇਣ ਕਿਸੇ ਦੇ ਨਾਲ, ਪਰ ਉਹਨੇ ਉਹਨਾਂ ਗੱਲਾਂ ਨੂੰ ਹੀ ਦੂਜੇ ਟੋਨ ਵਿੱਚ ਕਹਿਣ ਲੱਗਾ ਲੈ ਉਹ ਤੇ ਤੁਹਾਡਾ ਕੋਈ ਗੱਲ ਹੀ ਨਹੀਂ ਕਰਦੇ, ਪਰਵਾਹ ਹੀ ਨਹੀਂ ਕਰਦੇ। ਨਹੀਂ ਬੁਲਾਇਓ ਇਹ ਥਾਂ ਆਵੈ, ਕਰੋ ਅਬੈ ਜੋ ਹਿਰਦੈ ਭਾਵੈ। ਕਹਿਣ ਲੱਗਾ ਜੀ ਮਾਲਕ ਸਾਹਿਬ ਮੇਰੇ ਕਹਿਣ ਤੇ ਤੁਹਾਡੇ ਸੱਦਣ ਤੇ ਆਇਆ ਨਹੀਂ, ਹੁਣ ਜੋ ਤੁਹਾਡੀ ਮਰਜ਼ੀ ਕਰੋ। ਕਿਉਂਕਿ ਇਹ ਉਕਸਾਣਾ ਹੁੰਦਾ, ਉਂਗਲੀ ਲਾਉਣੀ ਹੁੰਦੀ ਹੈ, ਜਿਹਨੂੰ ਆਪਾਂ ਕਹਿੰਦੇ ਚੁੱਕਣਾ ਦੇਣੀ ਪੰਜਾਬੀ 'ਚ ਕਹਿੰਦੇ ਨੇ। ਇਹ ਚੁੱਕਣਾ ਦੇਣੀ ਹੁੰਦੀ ਹੈ ਵੀ ਅਗਲੇ ਨੂੰ ਲੜਾਉਣ ਵਾਸਤੇ ਤਿਆਰ ਕਰ ਦੇਣਾ। ਹੁਣ ਤੁਸੀਂ ਜਾਣੋ ਜੀ ਤੁਹਾਡੀ ਇੱਜ਼ਤ ਹੈ, ਤੁਹਾਡਾ ਕੰਮ ਹੈ, ਹੁਣ ਚੁੱਕਣਾ ਪੂਰੀ ਦੇਤੀ। ਅਬ ਕਰੋ ਅਬੈ ਜੋ ਹਿਰਦੈ ਭਾਵੈ, ਤਉ ਭੋਜਨ ਕੀ ਕਰ ਹੈ ਨਿੰਦਾ। ਹੁਣ ਇਹ ਗੱਲ ਵੱਧਾਂ ਪਾਤੀਆਂ ਵੀ ਦੇਖੋ ਜੀ ਉਹ ਤੇ ਬ੍ਰਹਮ ਭੋਜ ਦੀ ਵੀ ਨਿੰਦਾ ਕਰਦਾ, ਤੁਹਾਡੇ ਵਧੀਆ ਖਾਣੇ ਦੀ ਵੀ ਨਿੰਦਾ ਕਰਦਾ। ਖਾਵੇ ਘਰ ਸ਼ੂਦਰ ਜੋ ਮੰਦਾ, ਆਪ ਤੇ ਮਾੜਾ ਮੋਟਾ ਖਾਂਦਾ ਸ਼ੂਦਰਾਂ ਦੇ ਘਰ, ਤੇ ਸਾਡੇ ਬ੍ਰਹਮ ਭੋਜਨ ਨੂੰ ਮਾੜਾ ਕਿਹਾ ਉਹਨੂੰ। ਖੱਤਰੀ ਜਾਤਨ ਲੱਜਾ ਕਰੀ, ਹੈ ਖੱਤਰੀ ਜਾਤ ਦਾ ਸ਼ਰਮ ਆਉਂਦੀ ਨਹੀਂ, ਲੱਜਾ ਨਹੀਂ ਆਉਂਦੀ। ਲੋਕ ਰੀਤ ਉਰ ਤੇ ਪਰ ਹਰਈ, ਆਪਣੇ ਦਿਲੋਂ ਲੋਕਾਚਾਰੀ, ਲੋਕਾਂ ਦੀ ਰੀਤ ਧਰਮ ਮਰਿਆਦਾ ਸਭ ਛੱਡ ਬੈਠੇ ਨੇ। ਆਗੇ ਪਾਪ ਕਰੂਸ ਬਹੁਤੀ, ਮਲਕ ਭਾਗੋ ਤੇ ਅੱਗੇ ਮਨੋਂ ਅੱਗ ਬਲਦੀ ਸੀ, ਅਮੀਰ ਸੀ, ਹੰਕਾਰ 'ਚ ਵੈਸੇ ਇਹਨਾਂ ਗੱਲਾਂ ਨੂੰ ਸੁਣਦਾ ਨਹੀਂ। ਤੇ ਬਚਨ ਘ੍ਰਿਤ ਜਨ ਦੀਨ ਆਹੂਤੀ, ਮਨੋਂ ਬਲਦੀ ਤੇ ਘਿਓ ਪਾਤਾ। ਉਹਦੇ ਅੰਦਰ ਹੰਕਾਰ ਦੀ ਅੱਗ ਸੀ, ਇਹਨੇ ਉੱਤੇ ਘਿਓ ਪਾਤਾ ਬਲਦੀ ਤੇ ਚੁਗਲੀਆਂ ਆਤੀਆਂ ਨੂੰ ਚੁੱਕਣਾ ਪੂਰੀ ਦਿੱਤੀ। ਅਰੁਣ ਵੇਖ ਕਰ ਮਲਕ ਅਲਾਵੈ, ਤੇ ਮਲਕ ਦੀਆਂ ਗੁੱਸਾ ਅੱਖਾਂ ਤੇ ਗੁੱਸੇ ਲਾਲ ਹੋ ਗਈਆਂ। ਅਬ ਹੈ ਬੁਲਾਏ ਜੇ ਨਹੀਂ ਆਵੈ, ਜੇ ਹੁਣ ਬੁਲਾਉਣ ਤੇ ਵੀ ਨਹੀਂ ਆਇਆ ਨਾ, ਬਹੁ ਨਰ ਜਾਵੋ ਗਹਿ ਆ ਨੀਜੇ, 5-10 ਬੰਦੇ ਲੈ ਕੇ ਜਾਓ ਤੇ ਫੜ ਕੇ ਲੈ ਕੇ ਆਓ। ਦਿਜ ਕੇ ਸੰਗ ਬਿਲਮ ਨਹੀਂ ਕੀਜੇ, ਆਪਣੇ ਕੋਲ ਖੁੜ, ਕਿਉਂਕਿ ਅਮੀਰਾਂ ਕੋਲ ਠਹਿਤ 5-7 ਹੁੰਦੇ ਹੀ ਨਹੀਂ। ਆਪਣੇ ਕੋਲ ਜਿਹੜੇ ਠਹਿਤ ਸੀ ਉਹਨੂੰ ਕਹਿਣ ਲੱਗਾ ਜਾਓ ਪੰਡਤ ਜੀ ਦੇ ਨਾਲ ਜਾਓ ਤੇ ਫੜ ਕੇ ਲੈ ਕੇ ਵੇਖੋ ਕਿਵੇਂ ਨਹੀਂ ਆਉਂਦੇ। ਲੇਕਰ ਪਾਂਚਕ ਮਨਜ ਕੋ ਪੁਨਤ ਜਿਤੈ ਤਬ ਗਇਓ ਰਿਸਾਏ। ਹੁਣ ਪੰਡਤ ਜੀ ਚੌੜੇ ਹੋ ਕੇ ਗਏ, 5-7 ਬੰਦੇ ਇਹਨਾਂ ਡਾਂਗਾਂ ਵਾਲੇ ਬੜੇ ਚੌੜੇ ਜਿਹੇ ਹੋ ਕੇ ਜਾ ਕੇ ਫਿਰ ਪਹੁੰਚ ਗਏ। ਉੱਚੇ ਬਚਨ ਉਚਾਰ ਕੈ ਨਾਨਕ ਲਏ ਬੁਲਾਏ। ਹੁਣ ਗਲੀ 'ਚ ਆਵਾਜ਼ਾਂ ਦਿੰਦਾ ਜਾਂਦਾ ਉੱਚਾ ਗਲੀ 'ਚੋਂ ਬੋਲ ਕੇ ਨਾਨਕ ਜੀ ਨੂੰ ਬਾਹਰ ਸੱਦ ਲਿਆ। ਮਲਕ ਰੋਸ ਤੁਝ ਪਰ ਬਉ ਕੀਨੋ, ਚਲੋ ਸੰਗ ਭਲ ਬਿਦ ਮਨ ਚੀਨੋ। ਹੁਣ ਕਹਿੰਦੇ ਭਲੇ ਬੰਦੇ ਆਂਗੂ ਤੁਰ ਪਾਓ, ਨਹੀਂ ਤੇ ਆਹ ਦੇਖ 5-7 ਬੰਦੇ ਆਏ ਨੇ। ਨਾਤੁਰ ਤੁਮਕੋ ਗਹਿ ਲੈ ਜਾਵੈ, ਤੇ ਜੇ ਆਪ ਤੁਰ ਕੇ ਨਾ ਗਏ ਤੇ ਆ 7 ਬੰਦੇ ਆਏ ਨੇ, ਇਹ ਮਲਕ ਭਾਗੋ ਨੇ ਭੇਜੇ ਨੇ, ਇਹ ਫੜ ਕੇ ਲੈ ਜਾਣਗੇ। ਹੇਰੋ ਨਰ ਨੇ ਬਿਲਮ ਲਗਾਵ, ਇਸ ਕਰਕੇ ਆਪ ਤੁਰ ਪਾਓ। ਬਿਗਸੇ ਸ਼੍ਰੀ ਪ੍ਰਭ ਸੁਨ ਬਚ ਐਸਾ, ਸਤਿਗੁਰੂ ਨਾਨਕ ਜੀ ਹੱਸ ਪਏ। ਚਲੇ ਸੰਗ ਜੀ ਭਾਗੋ ਬੈਸਾ। ਇੰਜ ਗੁਰੂ ਨਾਨਕ ਪਾਤਸ਼ਾਹ ਸਭ ਜੀ ਮੁਸਕਰਾਉਂਦੇ ਹੱਸਦੇ ਹੋਏ ਤੁਰ ਪਏ ਨੇ ਤੇ ਪਹੁੰਚਦੇ ਨੇ ਮਲਕ ਭਾਗੋ ਦੇ ਘਰ। ਕੱਲ੍ਹ ਇੱਥੋਂ ਅੱਗੇ ਚੱਲਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਸਭ ਜੀ ਮਲਕ ਭਾਗੋ ਦੇ ਘਰ ਪ੍ਰਵੇਸ਼ ਕਰਦੇ ਨੇ। ਕੀ ਗੱਲਬਾਤ ਹੁੰਦੀ ਹੈ ਮੋਟੇ ਤੌਰ 'ਤੇ ਸਾਖੀ ਤਾਂ ਸਾਰਾ ਕੁਛ ਨੂੰ ਪਤਾ ਹੀ ਹੈ, ਪਰ ਫਿਰ ਵੀ ਹੌਲੀ ਹੌਲੀ ਪੜ੍ਹਦਿਆਂ ਸੁਣਦਿਆਂ ਵਾਚਦੇ ਆ ਕਈ ਗੱਲ 'ਚੋਂ ਗੱਲਾਂ ਨਿਕਲ ਆਉਂਦੀਆਂ ਨੇ ਜਿਹੜੀਆਂ ਸਾਡੇ ਵਾਸਤੇ ਬੜੀ ਕੀਮਤੀ ਤੇ ਲਾਹੇਵੰਦ ਹੋ ਜਾਂਦੀਆਂ ਨੇ। ਬੇਨਤੀ ਪ੍ਰਵਾਨ ਕਰਨਾ ਨਾ ਹੈ ਭੁੱਲ ਚੁੱਕ ਖਿਮਾ, ਆਸੀਸ ਤੇ ਪਿਆਰ ਦਿੰਦੇ ਫਤਿਹ ਬੁਲਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।